Hello friends, welcome to on my YouTube channel Be Educational Winners। ਫਰੈਂਡਸ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਫੈਕਟ ਕਰਾਂਗੇ। ਪਾਰਟ 2 ਹੋਏਗਾ। ਇਸ ਤੋਂ ਪਹਿਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜੋ ਮੁੱਢਲਾ ਜੀਵਨ ਸੀ, ਉਹਨਾਂ ਦੀਆਂ ਜਿੱਤਾਂ ਸੀ, ਸਾਰੇ ਹੀ ਇੰਪੋਰਟੈਂਟ ਫੈਕਟ ਅਸੀਂ ਪਾਰਟ 1 ਦੇ ਵਿੱਚ ਕਰ ਚੁੱਕੇ ਹਾਂ। ਅੱਜ ਅਸੀਂ ਪਾਰਟ 2 ਦੇ ਵਿੱਚ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਕਿਸ ਤਰ੍ਹਾਂ ਦੀ ਨੀਤੀ ਰਹੀ ਹੈ, ਉਹਨਾਂ ਦੇ ਸ਼ਾਸਨ ਪ੍ਰਬੰਧ ਕਿਸ ਤਰ੍ਹਾਂ ਦਾ ਰਿਹਾ ਹੈ, ਸਾਰੇ ਹੀ ਇੰਪੋਰਟੈਂਟ ਫੈਕਟ ਐਗਜ਼ਾਮ ਰੈਲੇਵੈਂਟ ਜੋ ਅਸੀਂ ਕਰਾਂਗੇ। ਇਸ ਦੇ ਲਈ ਨੌਲੇਜ ਦੇ ਲਈ ਤੁਸੀਂ ਫਰੈਂਡਸ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਸੋ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਏਗੀ ਸਪੈਸ਼ਲੀ ਫॉर ਪੀਐਸਟੈਟ, ਸੀਟੈਟ, ਮਾਸਟਰ ਕਾਰਡ ਅਤੇ ਹੋਰ ਜੋ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਕੈਂਡੀਡੇਟਸ ਹਨ। ਸੋ ਫਰੈਂਡਸ, ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ 'ਤੇ ਨਵੇਂ ਹੋ, ਤਾਂ ਇਸ ਤਰ੍ਹਾਂ ਦੀ ਜੋ ਇੰਪੋਰਟੈਂਟ ਨੌਲੇਜ ਜੋ ਵੀਡੀਓ ਦੇ ਲਈ ਤੁਸੀਂ ਐਗਜ਼ਾਮ ਦੇ ਲਈ ਪ੍ਰੈਪਰੇਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ, ਤਾਂ ਜੋ ਲੇਟੈਸਟ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੋਏਗੀ ਉਹ ਤੁਹਾਡੇ ਤੱਕ ਪਹੁੰਚ ਸਕੇ। ਸੋ ਸਟਾਰਟ ਕਰਦੇ ਹਾਂ ਫਰੈਂਡਸ। ਅੱਜ ਦੇ ਜੋ ਇੰਪੋਰਟੈਂਟ ਫੈਕਟ ਅਸੀਂ ਕਰਾਂਗੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਜੋ ਰਾਜ ਨੂੰ ਉਹਨਾਂ ਨੇ ਕਿਸ ਤਰ੍ਹਾਂ ਜੋ ਹੈ ਇਕਾਈਆਂ ਦੇ ਵਿੱਚ ਵੰਡਿਆ ਸੀ। ਸਭ ਤੋਂ ਪਹਿਲਾਂ ਜੋ ਸਾਨੂੰ ਇੰਪੋਰਟੈਂਟ ਫੈਕਟ ਮਿਲਦਾ ਹੈ, ਉਹਨਾਂ ਨੇ ਆਪਣੇ ਜੋ ਜਿੱਥੇ ਤੱਕ ਉਹਨਾਂ ਨੇ ਆਪਣੀਆਂ ਜਿੱਤਾਂ ਪ੍ਰਾਪਤ ਕੀਤੀਆਂ ਸਨ, ਜੋ ਉਹਨਾਂ ਦੇ ਅੰਡਰ ਜੋ ਇਲਾਕੇ ਆ ਚੁੱਕੇ ਸਨ, ਉਹਨਾਂ ਨੇ ਜੋ ਹੈ ਆਪਣੇ ਰਾਜ ਨੂੰ ਜੋ ਹੈ 7 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਸੀ। ਜੇਕਰ ਅਸੀਂ ਗੱਲ ਕਰੀਏ ਉਹਨਾਂ ਨੇ ਆਪਣੇ ਜੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਹੈ 7 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਨੂੰ ਵੰਡਿਆ। ਉਸ ਤੋਂ ਅੱਗੇ ਉਹਨਾਂ ਨੇ ਜੋ ਹੈ ਇਹਨਾਂ 4 ਪ੍ਰਾਂਤਾਂ ਦੀ ਗੱਲ ਸਾਹਮਣੇ ਆਉਂਦੀ ਹੈ। ਕਿਹੜੇ 4 ਪ੍ਰਾਂਤਾਂ ਦੇ ਵਿੱਚ ਉਹਨਾਂ ਨੇ ਆਪਣੇ ਰਾਜ ਨੂੰ ਵੰਡਿਆ? ਤੇ ਸੂਬਾ ਏ ਲਾਹੌਰ, ਸੂਬਾ ਏ ਮੁਲਤਾਨ, ਸੂਬਾ ਏ ਕਸ਼ਮੀਰ ਤੇ ਸੂਬਾ ਏ ਪਿਸ਼ਾਵਰ। ਇਹਨਾਂ 4 ਮਹੱਤਵਪੂਰਨ ਪ੍ਰਾਂਤਾਂ ਦੇ ਵਿੱਚ ਉਹਨਾਂ ਨੇ ਆਪਣੇ ਜੋ ਹੈ ਰਾਜ ਨੂੰ ਵੰਡਿਆ ਸੀ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪ੍ਰਾਂਤਾਂ ਤੋਂ ਬਾਅਦ ਅੱਗੇ ਉਹਨਾਂ ਨੇ ਆਪਣੇ ਰਾਜ ਪ੍ਰਬੰਧ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਜੋ ਪ੍ਰਾਂਤ ਹਨ ਉਹਨਾਂ ਨੂੰ ਅੱਗੇ ਪਰਗਨਿਆਂ ਦੇ ਵਿੱਚ ਵੰਡਿਆ ਹੈ। ਪਰਗਨਿਆਂ ਦੇ ਵਿੱਚ ਵੰਡਣ ਤੋਂ ਬਾਅਦ ਸਾਨੂੰ ਇਕਾਈ ਮਿਲਦੀ ਹੈ। ਉਸ ਤੋਂ ਜੋ ਅੱਗੇ ਆਉਂਦੀ ਹੈ ਉਹ ਹੈ ਤਾਲੂਕੇ। ਤਾਲੂਕਿਆਂ ਦੇ ਵਿੱਚ ਉਹਨਾਂ ਨੇ ਜੋ ਹੈ ਆਪਣੇ ਰਾਜ ਨੂੰ ਵੰਡਿਆ ਹੈ। ਉਸ ਤੋਂ ਬਾਅਦ ਆਖਰੀ ਇਕਾਈ ਜੋ ਆਉਂਦੀ ਹੈ ਮੌਜੇ। ਮੌਜੇ ਜੋ ਹੈ ਉਹ ਪਿੰਡਾਂ ਨੂੰ ਕਿਹਾ ਜਾਂਦਾ ਹੈ। ਸੋ ਉਹਨਾਂ ਨੇ ਸਭ ਤੋਂ ਪਹਿਲਾਂ 7 ਜ਼ਿਲ੍ਹਿਆਂ ਦੇ ਵਿੱਚ ਆਪਣੇ ਰਾਜ ਨੂੰ ਵੰਡਿਆ, 4 ਪ੍ਰਾਂਤਾਂ ਦੇ ਵਿੱਚ ਆਪਣੇ ਰਾਜ ਨੂੰ ਵੰਡਿਆ, ਫਿਰ ਅੱਗੇ ਪਰਗਨਿਆਂ 'ਚ ਵੰਡਿਆ, ਫਿਰ ਤੁਲਕਿਆਂ ਦੇ ਵਿੱਚ, ਤੇ ਫਿਰ ਮੌਜਾਂ ਜਾਂ ਪਿੰਡਾਂ ਦੇ ਵਿੱਚ ਵੰਡਿਆ ਹੈ। ਸੋ ਫਰੈਂਡਸ, ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਅਸੀਂ ਸਾਰਾ ਹੀ ਉਹਨਾਂ ਦਾ ਜੋ ਰਾਜ ਪ੍ਰਬੰਧ ਹੋਏਗਾ ਸਾਰੇ ਹੀ ਇੰਪੋਰਟੈਂਟ ਵੇ ਦੇ ਨਾਲ ਕਰਾਂਗੇ। ਇੱਕ ਇੰਪੋਰਟੈਂਟ ਫੈਕਟ ਜੋ ਬਹੁਤ ਹੀ ਇੰਪੋਰਟੈਂਟ ਹੈ ਡਿਸਕਸ ਕਰਨ ਦੇ ਲਈ, ਬਹੁਤ ਜਾਣਨਾ ਜ਼ਰੂਰੀ ਹੈ ਕਿ ਸੂਬਾ ਏ ਕਸ਼ਮੀਰ ਨੂੰ ਇੱਕ ਹੋਰ ਨਾਂ ਦਿੱਤਾ ਗਿਆ ਹੈ ਜੰਨਤ ਏ ਨਾਜ਼ੀਰ, ਤੇ ਮੁਲਤਾਨ ਸੂਬੇ ਨੂੰ ਜੋ ਹੈ ਦਾਨ ਉਲ ਅਮਾਨ ਜੋ ਹੈ ਉਹ ਕਿਹਾ ਜਾਂਦਾ ਹੈ। ਠੀਕ ਹੈ, ਸੋ 2 ਇਹ ਇੰਪੋਰਟੈਂਟ ਨਾਂ ਹਨ, ਇਹ ਵੀ ਤੁਸੀਂ ਯਾਦ ਰੱਖਣੇ ਹਨ। ਸੋ ਹੁਣ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਜੋ ਕੇਂਦਰੀ ਸ਼ਾਸਨ ਪ੍ਰਬੰਧ ਹੈ। ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਜੋ ਹੈ ਤੁਸੀਂ ਯਾਦ ਰੱਖਣਾ ਹੈ ਸਭ ਤੋਂ ਪਹਿਲਾਂ ਕਿ ਸਹਾਇਤਾ ਦੇ ਲਈ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੀ ਲੋੜ ਪਈ ਸੀ, ਜਿਸ ਦੇ ਵਿੱਚ ਉਹਨਾਂ ਨੇ ਜੋ ਹੈ ਮੰਤਰੀ ਮੰਡਲ ਦੀ ਜੋ ਹੈ ਨਿਯੁਕਤੀ ਕੀਤੀ। ਠੀਕ ਹੈ, ਮੰਤਰੀ ਮੰਡਲ ਆਪਣਾ ਜੋ ਹੈ ਉਹਨਾਂ ਨੇ ਬਣਾਇਆ ਸੀ, ਜਿਸ ਦੇ ਵਿੱਚ ਜੋ ਹੈ ਸਾਰੇ ਮੰਤਰੀਆਂ ਦੀ ਕੌਂਸਲ ਜੋ ਸੀ ਉਸ ਦੇ ਵਿੱਚ ਸ਼ਾਮਲ ਹੁੰਦੀ ਸੀ। ਸੋ ਹਰ ਮੰਤਰੀ ਦੇ ਕੋਲ ਜੋ ਸੀ ਉਸ ਸਮੇਂ ਆਪਣਾ ਆਪਣਾ ਵਿਭਾਗ ਹੁੰਦਾ ਸੀ। ਠੀਕ ਹੈ, ਪਹਿਲਾਂ ਜੋ ਹੈ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਉਸ ਨੂੰ ਜੋ ਹੈ ਚੁਣਿਆ, ਮੰਤਰੀ ਮੰਡਲ ਬਣਾਇਆ, ਕੌਂਸਲ ਬਣਾਈ। ਉਸ ਤੋਂ ਬਾਅਦ ਹਰੇਕ ਮੰਤਰੀ ਦੇ ਕੋਲ ਉਹਨਾਂ ਨੇ ਉਸ ਨੂੰ ਆਪਣਾ ਡਿਊਟੀ ਦੇ ਦਿੱਤੀ, ਆਪਣਾ ਵਿਭਾਗ ਦੇ ਦਿੱਤਾ। ਜੋ ਇਹਨਾਂ ਦੇ ਜੋ ਮੰਤਰੀ ਮੰਡਲ ਦਾ ਮੇਨ ਹੁੰਦਾ ਸੀ, ਜੋ ਮੁਖੀਆ ਹੁੰਦਾ ਸੀ, ਉਸ ਨੂੰ ਪ੍ਰਧਾਨ ਮੰਤਰੀ ਕਹਿੰਦੇ ਸਨ। ਪ੍ਰਧਾਨ ਮੰਤਰੀ ਜੋ ਸੀ ਉਹ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ। ਮਹਾਰਾਜੇ ਦੇ ਪਿੱਛੋਂ ਜੋ ਹੈ ਸਭ ਤੋਂ ਇੰਪੋਰਟੈਂਟ ਸਥਾਨ ਪ੍ਰਧਾਨ ਮੰਤਰੀ ਦਾ ਹੁੰਦਾ ਸੀ। ਤੇ ਜੋ ਪ੍ਰਸਿੱਧ ਨਾਮ ਇਸ ਦੇ ਵਿੱਚ ਪ੍ਰਧਾਨ ਮੰਤਰੀ ਦੇ ਵਿੱਚ ਯਾਦ ਤੁਸੀਂ ਰੱਖਣਾ ਹੈ ਉਹ ਸੀ ਪ੍ਰਸਿੱਧ ਮੰਤਰੀ ਧਿਆਨ ਸਿੰਘ। ਸੋ ਧਿਆਨ ਸਿੰਘ ਜੋ ਸੀ ਬਹੁਤ ਹੀ ਇੰਪੋਰਟੈਂਟ ਜੋ ਪ੍ਰਧਾਨ ਮੰਤਰੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਜੋ ਸੀ ਉਹਨਾਂ ਨੇ ਚੁਣਿਆ ਸੀ। ਨੈਕਸਟ ਇੰਪੋਰਟੈਂਟ ਫੈਕਟ ਹੈ ਵਿਦੇਸ਼ ਮੰਤਰੀ। ਵਿਦੇਸ਼ ਮੰਤਰੀ ਉਹ ਹੁੰਦਾ ਹੈ ਜੋ ਲੜਾਈ ਸੁਲਹ ਸੰਧੀ ਬਾਰੇ ਜੋ ਹੈ ਸਾਰੇ ਹੀ ਇੰਪੋਰਟੈਂਟ ਜੋ ਕੰਮ ਸੰਭਾਲਦਾ ਹੈ। ਦੂਜੇ ਰਾਜਾਂ ਦੇ ਵਿੱਚ ਰਾਜਦੂਤ ਵੀ ਭੇਜਦਾ ਹੈ। ਸੋ ਇਹ ਸਾਰਾ ਕੰਮ ਜੋ ਹੈ ਉਹ ਵਿਦੇਸ਼ ਮੰਤਰੀ ਦਾ ਹੁੰਦਾ ਸੀ। ਨੈਕਸਟ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਜੋ ਆਪਣੇ ਰਾਜ ਦੇ ਵਿੱਚ ਰੱਖਿਆ ਮੰਤਰੀ ਦੀ ਜੋ ਹੈ ਯੁੱਧ ਮੰਤਰੀ ਦੀ ਜੋ ਨਿਯੁਕਤੀ ਕੀਤੀ ਸੀ ਉਸ ਨੂੰ ਮੁੱਖ ਸੈਨਾਪਤੀ ਵੀ ਕਿਹਾ ਜਾਂਦਾ ਸੀ। ਇਸ ਦੇ ਵਿੱਚ ਇੰਪੋਰਟੈਂਟ 3 ਨਾਮ ਯਾਦ ਰੱਖਣ ਵਾਲੇ ਹਨ ਕਿਉਂਕਿ ਬਹੁਤ ਹੀ ਇੰਪੋਰਟੈਂਟ ਹਨ। ਇਸ ਦੇ ਵਿੱਚ ਜੋ ਮੁੱਖ ਸੈਨਾਪਤੀ ਦੀ ਭੂਮਿਕਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵਿੱਚ ਜੋ ਹੈ ਨਿਭਾਈ ਹੈ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਦੀਵਾਨ ਮੁਹਕਮ ਚੰਦ, ਫਿਰ ਹੈ ਮਿਸਰ ਦੀਵਾਨ ਚੰਦ ਤੇ ਸਰਦਾਰ ਹਰੀ ਸਿੰਘ ਨਲੂਆ। ਇਹ 3 ਇੰਪੋਰਟੈਂਟ ਮੁੱਖ ਵਿਅਕਤੀ ਸਨ ਜੋ ਯੁੱਧ ਮੰਤਰੀ ਜਾਂ ਮੁੱਖ ਸੈਨਾਪਤੀ ਦੇ ਜੋ ਇੰਪੋਰਟੈਂਟ ਜੋ ਇਹਨਾਂ ਦੇ ਨਾਮ ਇਸ ਦੇ ਨਾਲ ਜੁੜੇ ਹੋਏ ਹਨ।
ਸੋ ਅੱਗੇ ਨੈਕਸਟ ਅਸੀਂ ਕਰਾਂਗੇ ਉਹਨਾਂ ਦਾ ਵਿੱਤ ਮੰਤਰੀ। ਉਹਨਾਂ ਨੇ ਜੋ ਹੈ ਆਮਦਨ ਖਰਚ ਦੇ ਹਿਸਾਬ ਦੇ ਲਈ ਵਿੱਤ ਮੰਤਰੀ ਦੀ ਨਿਯੁਕਤੀ ਕੀਤੀ ਹੋਈ ਸੀ। ਉਸ ਦੇ ਵਿੱਚ ਇੰਪੋਰਟੈਂਟ ਨਾਮ ਕਿਹੜੇ ਸਾਹਮਣੇ ਆਉਂਦੇ ਹਨ ਜੇਕਰ ਪੇਪਰ ਦੇ ਵਿੱਚ ਪੁੱਛ ਲਏ ਜਾਣ ਤਾਂ ਦੀਵਾਨ ਦੀਨਾਨਾਥ ਤੇ ਦੀਵਾਨ ਭਵਾਨੀ ਦਾਸ ਜੋ ਸਨ ਮਹਾਰਾਜਾ ਰਣਜੀਤ ਸਿੰਘ ਦੇ ਇੰਪੋਰਟੈਂਟ ਆਮਦਨ ਖਰਚ ਦਾ ਹਿਸਾਬ ਰੱਖਣ ਵਾਲੇ ਵਿੱਤ ਮੰਤਰੀ ਸਨ। ਉਸ ਤੋਂ ਬਾਅਦ ਸਦਰ ਇਹ ਡਿਓੜੀ ਵਾਲਾ ਸੀ। ਜਿਵੇਂ ਅਸੀਂ ਜੋ ਹੈ ਇੱਕ ਸਿਕਿਉਰਿਟੀ ਗਾਰਡ ਦੀ ਗੱਲ ਕਰਦੇ ਹਾਂ ਉਸ ਤਰ੍ਹਾਂ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਉਸ ਸਮੇਂ ਜੋ ਧਿਆਨ ਰੱਖਦਾ ਸੀ, ਠੀਕ ਹੈ, ਸਾਰੇ ਹੀ ਜੋ ਉਸ ਸਮੇਂ ਬਾਹਰੀ ਰੂਪ ਦੇ ਵਿੱਚ ਜਿਸ ਨੇ ਅੰਦਰ ਆਉਣਾ ਹੈ, ਆਗਿਆ ਲੈ ਕੇ ਆਉਣਾ ਜਾਂ ਕਿਸ ਤਰ੍ਹਾਂ ਵੀ ਜੋ ਉਸ ਸਮੇਂ ਸਦਰ ਏ ਡਿਊੜੀ ਵਾਲਾ ਉਸ ਨੂੰ ਕਿਹਾ ਜਾਂਦਾ ਸੀ, ਉਸ ਦੀ ਨਿਯੁਕਤੀ ਕੀਤੀ ਗਈ ਸੀ। ਉਸ ਦੇ ਵਿੱਚੋਂ ਇੰਪੋਰਟੈਂਟ ਨਾਮ ਦੇਖੇ ਜਾਣ ਤਾਂ ਸਭ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਸੀ। ਜਦੋਂ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਦੇ ਪਿੱਛੋਂ ਨਿਯੁਕਤੀ ਜੋ ਸਦਰ ਡਿਓੜੀ ਵਾਲਾ ਦੇ ਰੂਪ ਦੇ ਵਿੱਚ ਹੁੰਦੀ ਹੈ ਉਹ ਹੁੰਦੀ ਹੈ ਖੁਸ਼ਹਾਲ ਸਿੰਘ ਦੀ। ਸੋ ਇਹ ਤਾਂ ਹੁੰਦਾ ਹੈ ਉਹਨਾਂ ਦਾ ਜੋ ਕੇਂਦਰੀ ਮੰਤਰੀ ਹੁੰਦੇ ਹਨ, ਇਹ ਸਾਰੇ ਹੀ ਇੰਪੋਰਟੈਂਟ ਹਨ। ਉਸ ਤੋਂ ਬਾਅਦ ਅਸੀਂ ਕਰਾਂਗੇ ਉਹਨਾਂ ਦੇ ਕੇਂਦਰੀ ਵਿਭਾਗ। ਕੇਂਦਰੀ ਵਿਭਾਗ ਵੀ ਜੋ ਹੈ ਸਾਨੂੰ ਜਾਣਨੇ ਬਹੁਤ ਜ਼ਰੂਰੀ ਹਨ ਕਿਸੇ ਵੇਲੇ ਜੋ ਪੇਪਰ ਦੇ ਵਿੱਚ ਜੋ ਹੈ ਬਹੁਤ ਹੀ ਡੀਪਲੀ ਵੀ ਇਹਦੇ ਨਾਲ ਕੁਐਸਚਨ ਪੁੱਟ ਹੋ ਸਕਦਾ ਹੈ। ਸੋ ਕੇਂਦਰੀ ਵਿਭਾਗ ਦੇ ਵਿੱਚ ਅਸੀਂ ਜੋ ਹੈ ਬਹੁਤ ਹੀ ਇੰਪੋਰਟੈਂਟ ਵੀ ਇਹਦੇ ਨਾਲ ਜਾਣਾਂਗੇ। ਸਭ ਤੋਂ ਪਹਿਲਾ ਵਿਭਾਗ ਜੋ ਸੀ ਦਫ਼ਤਰ ਏ ਅਬਵਾਲ ਉਲ ਮਾਲ ਦਾ, ਇਹ ਸਭ ਤੋਂ ਪਹਿਲਾ ਦਫ਼ਤਰ ਸੀ। ਇਸ ਦੇ ਵਿੱਚ ਕੀ ਕੀਤਾ ਜਾਂਦਾ ਸੀ, ਰਾਜ ਦੀ ਸਮੱਗਰੀ, ਰਾਜ ਦੀ ਆਮਦਨ ਦਾ ਹਿਸਾਬ ਇਸ ਵਿਭਾਗ ਦੇ ਕੋਲ ਹੁੰਦਾ ਸੀ। ਨੈਕਸਟ ਜਮ੍ਹਾਂ ਖਰਚੇ ਸੈਰਾਤ ਵਿਭਾਗ ਸੀ ਜਿਸ ਵਿੱਚ ਲੂਣ ਦੀਆਂ ਖਾਣਾਂ ਚੁੰਗੀ ਘਰ ਤੋਂ ਪ੍ਰਾਪਤ ਆਮਦਨ ਦਾ ਹਿਸਾਬ ਜੋ ਹੈ ਇਸ ਵਿਭਾਗ ਦੇ ਅੰਡਰ ਜੋ ਰੱਖਿਆ ਜਾਂਦਾ ਸੀ। ਨੈਕਸਟ ਇੰਪੋਰਟੈਂਟ ਹੈ ਖਰਚੇ ਏ ਵਜੂਹਾਤ, ਠੀਕ ਹੈ, ਖਰਚੇ ਵਜੂਹਾਤ ਦਾ ਜੋ ਵਿਭਾਗ ਸੀ ਇਸ ਦੇ ਵਿੱਚ ਅਫੀਮ ਭੰਗ ਤੇ ਹੋਰ ਨਸ਼ੇ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਸੀ ਉਸ ਦਾ ਜੋ ਹੈ ਇਕੱਠਾ ਕਰਨਾ, ਇਸ ਦੇ ਵਿੱਚ ਜੋ ਸਾਰਾ ਹਿਸਾਬ ਕਿਤਾਬ ਇਸ ਦੇ ਵਿੱਚ ਰੱਖਿਆ ਜਾਂਦਾ ਸੀ। ਨੈਕਸਟ ਇੰਪੋਰਟੈਂਟ ਜੋ ਦਫ਼ਤਰ ਹੈ ਦਫ਼ਤਰ ਏ ਤੋਜੀਹਾਤ। ਤੋਜੀਹਾਤ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਤੋਸ਼ੇਖਾਨੇ, ਸ਼ਾਹੀ ਹਰਮ ਦਾ ਜੋ ਘਰਾਣੇ ਦਾ ਸਾਰਾ ਖਰਚਾ ਹਿਸਾਬ ਸੀ ਉਹ ਇਸ ਵਿਭਾਗ ਦੇ ਕੋਲ ਸੀ। ਵਜੂਹਾਤ ਤੋਂ ਤੁਸੀਂ ਜੋ ਹੈ ਇੱਕ ਇੰਪੋਰਟੈਂਟ ਜੋ ਨਾਮ ਕਨੈਕਟ ਕਰਕੇ ਵੀ ਯਾਦ ਰੱਖ ਸਕਦੇ ਹੋ ਵਾਹੀਆਤ, ਜਿਵੇਂ ਵ ਤੋਂ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਵਜੂਹਾਤ ਹੈ ਜਿਸ ਦੇ ਵਿੱਚ ਅਫੀਮ ਭੰਗ ਜੇ ਇਹੋ ਜਿਹੇ ਜੋ ਗਲਤ ਚੀਜ਼ਾਂ ਜੋ ਨਸ਼ੇ ਹਨ ਇਹਨਾਂ ਤੋਂ ਆਮਦਨ ਦਾ ਹਿਸਾਬ ਜੋ ਹੈ ਖਰਚੇ ਇਹ ਵਜੂਹਾਤ ਦੇ ਵਿੱਚ ਰੱਖਿਆ ਜਾਂਦਾ ਸੀ। ਨੈਕਸਟ ਇੰਪੋਰਟੈਂਟ ਵਿਭਾਗ ਹੈ ਦਫ਼ਤਰ ਰੋਜ਼ਨਾਮਚਾ। ਜੋ ਰੋਜ਼ਨਾਮਚਾ ਜੋ ਦਫ਼ਤਰ ਹੈ ਇਸ ਦੇ ਵਿੱਚ ਜੋ ਹੈ ਕੀ ਕੀਤਾ ਜਾਂਦਾ ਸੀ, ਹਰ ਰੋਜ਼ ਦੀ ਜੋ ਆਮਦਨ ਹੁੰਦੀ ਸੀ, ਹਰ ਰੋਜ਼ ਦੀ ਆਮਦਨ ਦਾ ਜੋ ਹਿਸਾਬ ਜੋ ਸੀ ਉਹ ਇਸ ਦੇ ਵਿੱਚ ਰੱਖਿਆ ਜਾਂਦਾ ਸੀ। ਨੈਕਸਟ ਦਫ਼ਤਰ ਹੈ ਦਫ਼ਤਰ ਏ ਮਵਾਜਬ। ਇਸ ਦੇ ਵਿੱਚ ਇਹ ਜੋ ਸੀ ਇੱਕ ਬਹੁਤ ਵੱਡਾ ਦਫ਼ਤਰ ਮੰਨਿਆ ਜਾਂਦਾ ਸੀ ਜਿਸ ਵਿੱਚ ਸਰਕਾਰੀ ਗੈਰ ਸਰਕਾਰੀ ਕਰਮਚਾਰੀ ਜਿੰਨੇ ਵੀ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਦੇ ਵਿੱਚ ਸਨ ਉਹਨਾਂ ਨੂੰ ਜੋ ਹੈ ਇੱਕ ਤਨਖਾਹ ਦਿੱਤੀ ਜਾਂਦੀ ਸੀ। ਸੋ ਗੈਰ ਸਰਕਾਰੀ ਤੇ ਜੋ ਸਰਕਾਰੀ ਕਰਮਚਾਰੀ ਸਾਰਿਆਂ ਨੂੰ ਤਨਖਾਹ ਦੇਣ ਵਾਲਾ ਜਿਹੜਾ ਦਫ਼ਤਰ ਸੀ ਉਸ ਨੂੰ ਦਫ਼ਤਰ ਏ ਮਵਾਜਬ ਕਿਹਾ ਜਾਂਦਾ ਸੀ। ਸੋ ਨੈਕਸਟ ਇੰਪੋਰਟੈਂਟ ਦਫ਼ਤਰ ਹੈ ਦਫ਼ਤਰ ਏ ਅਬਵਾਬ ਉਲ ਤਹਵੀਲ। ਇਸ ਦੇ ਵਿੱਚ ਜੋ ਹੈ ਬਹੁਤ ਹੀ ਇੰਪੋਰਟੈਂਟ ਜੋ ਇਹ ਦਫ਼ਤਰ ਸੀ ਇਸ ਦੇ ਵਿੱਚ ਇਸ ਦਾ ਅਰਥ ਕੀ ਸੀ, ਨਕਦ ਪੈਸੇ ਰੱਖਣ ਵਾਲਾ, ਠੀਕ ਹੈ, ਦਫ਼ਤਰ ਏ ਅਬਵਾਬ ਉਲ ਤਹਵੀਲ ਦਾਰ, ਠੀਕ ਹੈ। ਇਹ ਜੋ ਦਫ਼ਤਰ ਸੀ ਇਸ ਦੇ ਵਿੱਚ ਨਕਦ ਪੈਸੇ ਰੱਖਣ ਦਾ ਜੋ ਸੀ ਇਹਦੇ ਵਿੱਚ ਕੰਮ ਦੇਖਿਆ ਜਾਂਦਾ ਸੀ। ਸੋ ਨੈਕਸਟ ਇੰਪੋਰਟੈਂਟ ਜੋ ਤੋਸ਼ਾਖਾਨਾ ਦਫ਼ਤਰ ਹੈ ਦਫ਼ਤਰ ਏ ਤੋਸ਼ਾਖਾਨਾ, ਇਸ ਦਾ ਅਰਥ ਸੀ ਕੋਈ ਸਟੋਰ ਜਾਂ ਕਮਰਾ, ਠੀਕ ਹੈ, ਇੱਕ ਸਟੋਰ ਜਾਂ ਕਮਰਾ ਸੀ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਬੇਸ਼ਕੀਮਤੀ ਚੀਜ਼ਾਂ ਜੋ ਸੀ ਉਹ ਸੰਭਾਲ ਕੇ ਰੱਖੀਆਂ ਜਾਂਦੀਆਂ ਸੀ। ਜੋ ਇਸ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਬਹੁਤ ਹੀ ਇੰਪੋਰਟੈਂਟ ਜੋ ਹੈ ਜ਼ਖੀਰਾ ਜਾਤ ਦਫ਼ਤਰ ਜੋ ਹੈ ਦਫ਼ਤਰ ਏ ਜ਼ਖੀਰਾ ਜਾਤ, ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਸ ਦੇ ਵਿੱਚ ਜੋ ਕਿਲੇ ਹੁੰਦੇ ਸਨ, ਜੋ ਘੋੜੇ ਰੱਖੇ ਜਾਂਦੇ ਸਨ, ਹਾਥੀ, ਇਹ ਸਾਰਿਆਂ ਦਾ ਹੀ ਜੋ ਹੈ ਖਰਚ ਦਾ ਹਿਸਾਬ ਰੱਖਿਆ ਜਾਂਦਾ ਸੀ। ਸੋ ਬਹੁਤ ਹੀ ਇੰਪੋਰਟੈਂਟ ਜੋ ਇਹ ਇੰਪੋਰਟੈਂਟ ਦਫ਼ਤਰ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੇ ਕੇਂਦਰੀ ਵਿਭਾਗਾਂ ਦੇ ਵਿੱਚ ਇਹਨਾਂ ਦੀ ਜੋ ਸੀ ਇਹਨਾਂ ਨੂੰ ਸ਼ਾਮਿਲ ਕੀਤਾ ਸੀ। ਇਸ ਦੇ ਅੰਡਰ ਹੀ ਸਾਰਾ ਜੋ ਖਰਚ ਆਮਦਨ ਦਾ ਜੋ ਜਿਸ ਤੋਂ ਵੀ ਜੋ ਹੋਣ ਵਾਲੀ ਆਮਦਨ ਸੀ ਖਰਚ ਸੀ ਉਸ ਦਾ ਹਿਸਾਬ ਜੋ ਸੀ ਇਸ ਤੋਂ ਰੱਖਿਆ ਜਾਂਦਾ ਸੀ। ਸੋ ਫਰੈਂਡਸ ਇਹ ਸੀ ਉਹਨਾਂ ਦਾ ਜੋ ਹੈ ਇੰਪੋਰਟੈਂਟ ਸਿਵਲ ਪ੍ਰਬੰਧ ਜਿਸ ਦੇ ਵਿੱਚ ਜੇਕਰ ਪੇਪਰ ਵਿੱਚ ਕੋਈ ਕੁਐਸਚਨ ਸਾਨੂੰ ਪੁੱਛ ਲਿਆ ਜਾਵੇ ਤਾਂ ਸਾਨੂੰ ਇਸ ਦੇ ਵਿੱਚ 1-2 ਵਾਰ ਵੀਡੀਓ ਨੂੰ ਦੇਖ ਕੇ ਸਾਨੂੰ ਓਵਰਵਿਊ ਹੋ ਜਾਂਦਾ ਹੈ ਅਤੇ ਕੁਐਸਚਨ ਕਿੱਥੋਂ ਵੀ ਆ ਜਾਵੇ ਪੇਪਰ ਦੇ ਵਿੱਚ ਅਸੀਂ ਜੋ ਹੈ ਉਸਨੂੰ ਜੋ ਹੈ ਫੇਸ ਕਰ ਸਕਦੇ ਹਾਂ, ਉਸਨੂੰ ਚੰਗੀ ਤਰ੍ਹਾਂ ਜੋ ਹੈ ਉਸਦਾ ਆਪਸ਼ਨ ਸਹੀ ਕਰੈਕਟ ਜੋ ਹੈ ਉਸਨੂੰ ਚੁਣ ਸਕਦੇ ਹਾਂ। ਸੋ ਹੁਣ ਫਰੈਂਡਸ ਅਸੀਂ ਕਰਾਂਗੇ ਬਹੁਤ ਹੀ ਇੰਪੋਰਟੈਂਟ ਉਹਨਾਂ ਦੀਆਂ 4 ਲੜਾਈਆਂ 4 ਜਿੱਤਾਂ ਜੋ ਅਸੀਂ ਡਿਸਕਸ ਕਰਾਂਗੇ ਜਿਸ ਦੇ ਵਿੱਚ ਅਸੀਂ ਕੱਲ੍ਹ ਦੀ ਵੀਡੀਓ ਦੇ ਵਿੱਚ ਜੋ ਹੈ ਲਾਹੌਰ ਦੀ ਜਿੱਤ ਅਤੇ ਅੰਮ੍ਰਿਤਸਰ ਦੀ ਜਿੱਤ ਨੂੰ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਡੀਪਲੀ ਵੇ ਦੇ ਨਾਲ ਸਮਝਿਆ ਸੀ।
ਕਿਸ ਦੇ ਨਾਲ ਹੋਈ ਸੀ, ਕਿਹਨਾਂ ਨਾਲ ਹੋਈ ਸੀ। ਸੋ ਉਹਨਾਂ ਦਾ ਟਾਈਮ ਪੀਰੀਅਡ ਵੀ ਤੁਸੀਂ ਯਾਦ ਰੱਖਣਾ ਹੈ। ਲਾਹੌਰ ਦੀ ਜਿੱਤ 1799 ਈਸਵੀ ਦੀ ਅਸੀਂ ਕੀਤੀ ਸੀ, ਅੰਮ੍ਰਿਤਸਰ ਦੀ ਜਿੱਤ ਜੋ ਹੈ 1805 ਦੀ ਕੀਤੀ ਸੀ। ਜੇਕਰ ਤੁਸੀਂ ਅਜੇ ਤੱਕ ਉਹਨਾਂ ਨੂੰ ਡੀਪਲੀ ਵੇ ਦੇ ਨਾਲ ਨਹੀਂ ਜਾਣਿਆ ਤਾਂ ਤੁਸੀਂ ਇਸ ਦੇ ਪਹਿਲਾਂ ਪਾਰਟ 1 ਨੂੰ ਜੋ ਹੈ ਵੀਡੀਓ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਸੋ ਅੱਜ ਅਸੀਂ ਡੀਪਲੀ ਵੇ ਦੇ ਨਾਲ ਡਿਸਕਸ ਕਰਾਂਗੇ ਜੋ 2 ਜਿੱਤਾਂ ਸਾਡੀਆਂ ਰਹਿ ਗਈਆਂ ਸਨ ਇੰਪੋਰਟੈਂਟ, ਜੋ ਮੁਲਤਾਨ ਦੀ ਜਿੱਤ ਹੈ ਅਤੇ ਪਿਸ਼ਾਵਰ ਦੀ ਜਿੱਤ ਹੈ। ਸੋ ਬਹੁਤ ਹੀ ਇਹ ਇੰਪੋਰਟੈਂਟ ਜਿੱਤਾਂ ਹਨ, ਮੁਲਤਾਨ ਦੀ ਜਿੱਤ ਅਤੇ ਪਿਸ਼ਾਵਰ ਦੀ ਜਿੱਤ। ਤੁਸੀਂ ਇਸ ਨੂੰ ਵੀ ਯਾਦ ਰੱਖਣਾ ਹੈ। ਮੁਲਤਾਨ ਦੀ ਜਿੱਤ ਜੋ ਹੈ ਤੁਸੀਂ ਯਾਦ ਰੱਖਣਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਵਿੱਚ ਉਹਨਾਂ ਨੇ ਕਿਸ ਦੇ ਵਿਰੁੱਧ ਜੋ ਹੈ ਮੁਹਿੰਮ ਚਲਾਈ ਸੀ, ਤਾਂ ਇਸ ਦੇ ਵਿੱਚ ਨਵਾਬ ਮੁਜ਼ੱਫਰ ਖਾਂ ਹੁੰਦਾ ਹੈ, ਜਿਸ ਦੇ ਉਹਨਾਂ ਨੇ ਵਿਰੁੱਧ ਜੋ ਹੈ ਇਹ ਜੋ ਜਿੱਤ ਪ੍ਰਾਪਤ ਕੀਤੀ ਸੀ ਮੁਲਤਾਨ ਦੀ ਜਿੱਤ। ਅਤੇ ਇਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿੰਨੀਆਂ ਮੁਹਿੰਮਾਂ ਪੁੱਛ ਲਈਆਂ ਜਾਂਦੀਆਂ ਹਨ, ਮੁਲਤਾਨ ਦੀ ਜਿੱਤ ਲਈ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀਆਂ ਮੁਹਿੰਮਾਂ ਭੇਜੀਆਂ ਸਨ। ਜੇਕਰ ਅਸੀਂ ਮੁਹਿੰਮਾਂ ਦੀ ਗੱਲ ਕਰੀਏ ਤਾਂ 6 ਮੁਹਿੰਮਾਂ ਜੋ ਸਨ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਜਿੱਤ ਲਈ ਭੇਜੀਆਂ ਸਨ। ਅਤੇ ਸਭ ਤੋਂ ਇੰਪੋਰਟੈਂਟ ਫੈਕਟ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ ਇਹ ਜੋ ਸੀ ਮੁਲਤਾਨ ਦੀ ਜਿੱਤ ਹੀ ਸੀ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਸਮਾਂ ਲੱਗਿਆ ਸੀ ਇਸ ਜਿੱਤ ਨੂੰ ਜੋ ਹੈ ਜਿੱਤਣ ਦੇ ਲਈ, ਮੁਲਤਾਨ ਨੂੰ ਆਪਣੇ ਅਧਿਕਾਰ ਵਿੱਚ ਕਰਨ ਦੇ ਲਈ। ਸੋ ਅਸੀਂ ਇਹਨਾਂ ਮੁਹਿੰਮਾਂ ਦਾ ਜੋ ਹੈ ਟਾਈਮ ਪੀਰੀਅਡ ਦੇਖ ਸਕਦੇ ਹਾਂ। ਸਭ ਤੋਂ ਪਹਿਲੀ ਮੁਹਿੰਮ ਜੋ ਸੀ 1802 ਈਸਵੀ ਦੇ ਵਿੱਚ ਭੇਜੀ ਗਈ ਸੀ, ਦੂਸਰੀ ਮੁਹਿੰਮ 1805 ਈਸਵੀ ਦੇ ਵਿੱਚ, ਤੀਸਰੀ ਮੁਹਿੰਮ 1807 ਈਸਵੀ ਦੇ ਵਿੱਚ, ਚੌਥੀ ਜੋ ਹੈ 1810 ਈਸਵੀ ਦੇ ਵਿੱਚ, ਅਤੇ ਪੰਜਵੀਂ ਜੋ ਮੁਹਿੰਮ ਸੀ 1816 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਜੋ ਹੈ ਭੇਜੀ ਗਈ ਸੀ। ਛੇਵੀਂ ਜੋ ਮੁਹਿੰਮ ਸੀ ਉਹ 1818 ਈਸਵੀ ਦੇ ਵਿੱਚ ਭੇਜੀ ਗਈ ਸੀ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਹੀ ਇੰਪੋਰਟੈਂਟ ਜਿੱਤ ਪ੍ਰਾਪਤ ਹੋਈ ਸੀ ਅਤੇ ਉਸ ਵਿੱਚ ਉਹਨਾਂ ਨੇ ਨਵਾਬ ਮੁਜ਼ੱਫਰ ਖਾਂ ਜੋ ਹੁੰਦਾ ਹੈ ਉਸ ਨੂੰ ਬੁਰੀ ਤਰ੍ਹਾਂ ਜੋ ਹੈ ਹਰਾ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ। ਸੋ ਮੁਲਤਾਨ ਜਿੱਤ ਦਾ ਤੁਸੀਂ ਟਾਈਮ ਪੀਰੀਅਡ ਯਾਦ ਰੱਖਣਾ ਹੈ। ਪੇਪਰ ਦੇ ਵਿੱਚ ਇਹਨਾਂ ਦਾ ਟਾਈਮ ਪੀਰੀਅਡ ਹੀ ਜੋ ਹੈ ਜੋ ਪਿਛਲੇ ਕੰਪੀਟੀਟਿਵ ਐਗਜ਼ਾਮ ਹੋਏ ਹਨ ਉਹਨਾਂ ਦੇ ਵਿੱਚੋਂ ਪੁੱਛਿਆ ਗਿਆ ਹੈ। ਜਿਵੇਂ ਲਾਹੌਰ ਦੀ ਜਿੱਤ ਹੈ, ਅੰਮ੍ਰਿਤਸਰ ਦੀ ਹੈ, ਮੁਲਤਾਨ ਦੀ ਹੈ ਅਤੇ ਪਿਸ਼ਾਵਰ ਦੀ ਹੈ। ਸੋ ਪਿਸ਼ਾਵਰ ਦੀ ਜਿੱਤ ਦਾ ਟਾਈਮ ਪੀਰੀਅਡ ਤੁਸੀਂ ਯਾਦ ਰੱਖ ਸਕਦੇ ਹੋ 1834 ਈਸਵੀ ਦਾ ਜੋ ਇਸ ਦਾ ਟਾਈਮ ਪੀਰੀਅਡ ਹੈ। ਸੋ ਇਹ 4 ਲੜਾਈਆਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਜੋ ਟਾਈਮ ਪੀਰੀਅਡ ਪੁੱਛੇ ਗਏ ਹਨ ਕੰਪੀਟੀਟਿਵ ਐਗਜ਼ਾਮ ਦੇ ਵਿੱਚ, ਇਹ ਕੁਐਸਚਨ ਜੋ ਹਨ ਰਿਪੀਟ ਹੋਏ ਹਨ। ਸੋ ਇਹਨਾਂ ਨੂੰ ਤੁਸੀਂ ਇੰਪੋਰਟੈਂਟ ਵੇ ਦੇ ਨਾਲ ਯਾਦ ਰੱਖਣਾ ਹੈ, ਬਾਕੀ ਜਿੱਤਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਹੁਣ ਅਸੀਂ ਇੰਪੋਰਟੈਂਟ ਜੋ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਉਹ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੇ ਸੰਬੰਧ ਜੋ ਸਨ ਮਹਾਰਾਜਾ ਰਣਜੀਤ ਸਿੰਘ ਦੇ ਨਾਲ 1800 ਤੋਂ ਲੈ ਕੇ 1806 ਈਸਵੀ ਦੇ ਤੱਕ। ਠੀਕ ਹੈ, ਸੋ ਅਸੀਂ ਟਾਈਮ ਪੀਰੀਅਡ ਦੇ ਨਾਲ ਨਾਲ ਜੋ ਹੈ ਅੰਗਰੇਜ਼ਾਂ ਅਤੇ ਸਿੱਖਾਂ ਦੇ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਕਿਸ ਤਰ੍ਹਾਂ ਦੇ ਰਹੇ ਉਹਨਾਂ ਨੂੰ ਇੰਪੋਰਟੈਂਟ ਵੇ ਦੇ ਨਾਲ ਜਾਣਾਂਗੇ। ਫਰੈਂਡਸ ਬਹੁਤ ਹੀ ਇੰਪੋਰਟੈਂਟ ਅਤੇ ਲੈਂਥੀ ਟੌਪਿਕ ਹੈ, ਇਸ ਦੇ ਲਈ ਇਸ ਨੂੰ ਜੋ ਹੈ ਬਹੁਤ ਹੀ ਧਿਆਨ ਦੇ ਨਾਲ ਜੋ ਹੈ ਜਾਣਨ ਦੀ ਜ਼ਰੂਰਤ ਹੈ। ਮਹਾਰਾਜਾ ਰਣਜੀਤ ਸਿੰਘ ਜੀ ਜੋ ਸਨ ਉਹਨਾਂ ਨੇ ਜੋ ਹੈ ਅੰਗਰੇਜ਼ਾਂ ਦੇ ਨਾਲ ਸਭ ਤੋਂ ਪਹਿਲਾਂ ਸੰਬੰਧਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਸੰਬੰਧ ਜਿਹੜੇ ਸਨ ਬਹੁਤ ਹੀ ਜ਼ਿਆਦਾ ਅੰਗਰੇਜ਼ਾਂ ਦੇ ਨਾਲ ਚੰਗੇ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਅੰਗਰੇਜ਼ਾਂ ਦੇ ਕੋਲ ਕਿੰਨਾ ਗਿਆਨ ਹੈ, ਕਿੰਨੇ ਉਹਨਾਂ ਤੋਂ ਸਾਧਨ ਹਨ, ਸਾਰੀ ਚੀਜ਼ਾਂ ਜੋ ਅੰਗਰੇਜ਼ਾਂ ਦੇ ਕੋਲ ਜੋ ਸਭ ਤੋਂ ਵੱਧ ਸਨ। ਠੀਕ ਹੈ, ਸੋ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਜੋ ਹੈ ਇਸ ਤਰ੍ਹਾਂ ਵਿਸਥਾਰਵਾਦੀ ਨੀਤੀ ਦੀ ਤੋਂ ਜਾਣੂ ਸੀ, ਉਹਨਾਂ ਦੇ ਸਾਧਨਾਂ ਤੋਂ ਜਾਣੂ ਸੀ, ਉਹਨਾਂ ਦੇ ਗਿਆਨ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ, ਸਿੱਧੇ ਉਹਨਾਂ ਦੇ ਨਾਲ ਸੰਬੰਧ ਸਭ ਤੋਂ ਪਹਿਲਾਂ ਜੋ ਸਨ ਚੰਗੇ ਹੀ ਬਣਾਏ ਸਨ। ਠੀਕ ਹੈ, ਸੋ ਮਹਾਰਾਜਾ ਰਣਜੀਤ ਸਿੰਘ ਨੇ ਜੋ ਹੈ ਜੋ ਜਿੱਤਾਂ ਪ੍ਰਾਪਤ ਜਦੋਂ 1797 ਈਸਵੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਕਤੀ ਪ੍ਰਾਪਤ ਕੀਤੀ ਹੈ, ਆਪ ਰਾਜ ਸੰਭਾਲਿਆ ਹੈ, ਉਹੀ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜੋ ਹੈ ਆਪਣੇ ਹੋਰ ਸਿਪਾਹੀਆਂ ਦੇ ਸਮੇਤ ਦੂਜੀਆਂ ਮਿਸਲਦਾਰਾਂ ਦਾ ਜੋ ਸਾਥ ਦੇਣਾ ਸੀ ਉਹ ਸਟਾਰਟ ਕੀਤਾ ਸੀ। ਜੇਕਰ ਸਮਾਂ ਪੁੱਛਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਦੂਜੇ ਸਿਪਾਹੀ ਸਨ ਉਹਨਾਂ ਦੇ ਸਮੇਤ ਜੋ ਹੈ ਦੂਜਿਆਂ ਮਿਸਲਦਾਰਾਂ ਦਾ ਸਾਥ ਕਦੋਂ ਦੇਣਾ ਸ਼ੁਰੂ ਕੀਤਾ ਸੀ, ਤਾਂ 1797 ਈਸਵੀ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਸਾਥ ਦੇਣਾ ਦੂਜੇ ਮਿਸਲਦਾਰਾਂ ਦਾ, ਅਤੇ ਸ਼ਾਹ ਜਮਾਨ ਦੇ ਚੌਥੇ ਹਮਲੇ ਦਾ ਉਹ ਸਮਾਂ ਸੀ। ਠੀਕ ਹੈ, ਸੋ ਬਹੁਤ ਹੀ ਇੰਪੋਰਟੈਂਟ ਜੋ ਅਸੀਂ ਲਾਹੌਰ ਦੀ ਜਿੱਤ ਵੀ ਕੀਤੀ ਸੀ ਉਸ ਵਿੱਚ ਸ਼ਾਹ ਜਮਾਨ ਦਾ ਜੋ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਕਿਉਂਕਿ ਇੱਕ ਪਾਸੇ ਭੰਗੀ ਸਰਦਾਰ ਹੁੰਦੇ ਹਨ ਅਤੇ ਇੱਕ ਪਾਸੇ ਸ਼ਾਹ ਜਮਾਨ ਹੁੰਦਾ ਹੈ। ਜਿਵੇਂ ਹੀ ਸ਼ਾਹ ਜਮਾਨ ਜੋ ਹੈ ਹੋਰ ਯੁੱਧਾਂ ਜਿੱਤਾਂ ਵੱਲ ਚੱਲ ਜਾਂਦਾ ਹੈ ਤਾਂ ਭੰਗੀ ਸਰਦਾਰ ਲਾਹੌਰ ਦੇ ਉੱਤੇ ਕਬਜ਼ਾ ਕਰ ਲੈਂਦੇ ਹਨ। ਸੋ ਸ਼ਾਹ ਜਮਾਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜੋ ਹੈ ਬਹੁਤ ਹੀ ਜ਼ਿਆਦਾ ਸੰਬੰਧ ਜੁੜ ਜਾਂਦਾ ਹੈ
ਤੇ ਉਹ ਕਿਵੇਂ ਜੁੜ ਜਾਂਦਾ ਹੈ ਉਸ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਜੋ ਸ਼ਾਹਜਮਾਨ ਸੀ ਉਸਦਾ ਅੰਗਰੇਜ਼ਾਂ ਦੇ ਨਾਲ ਕੀ ਜੋ ਸੀ ਉਹਨਾਂ ਦਾ ਜੋ ਕੀ ਸੰਬੰਧ ਸੀ। ਤਾਂ ਜੋ ਸ਼ਾਹਜਮਾਨ ਸੀ ਉਸ ਨੂੰ ਅੰਗਰੇਜ਼ ਜੋ ਸਨ ਬਿਲਕੁਲ ਜੋ ਸਨ ਪਸੰਦ ਨਹੀਂ ਕਰਦੇ ਸਨ। ਠੀਕ ਹੈ, ਕੱਟੜ ਵੈਰੀ ਜੋ ਸੀ ਸ਼ਾਹਜਮਾਨ ਜੋ ਸੀ ਅੰਗਰੇਜ਼ਾਂ ਦਾ ਸੀ। ਠੀਕ ਹੈ, ਅੰਗਰੇਜ਼ ਜੋ ਸਨ ਉਸ ਨੂੰ ਜੋ ਹੈ ਰਣਜੀਤ ਸਿੰਘ ਦੇ ਸੰਬੰਧਾਂ ਤੋਂ ਮਿੱਤਰਤਾਪੂਰਨ ਸੰਬੰਧਾਂ ਤੋਂ ਤੋੜਨਾ ਚਾਹੁੰਦੇ ਸਨ। ਕਿਉਂਕਿ ਜੋ ਸ਼ਾਹਜਮਾਨ ਸੀ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਦਾ ਹੈ ਸ਼ਾਹਜਮਾਨ ਦੀਆਂ ਜੇਹਲਮ ਦੇ ਵਿੱਚੋਂ ਤੋਪਾਂ ਕੱਢੀਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ। ਠੀਕ ਹੈ, ਸੋ ਜੇਹਲਮ ਦੇ ਵਿੱਚੋਂ ਤੋਪਾਂ ਕੱਢਣ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਜੋ ਸੰਬੰਧ ਹੋ ਜਾਂਦੇ ਹਨ ਸ਼ਾਹਜਮਾਨ ਦੇ ਨਾਲ ਬਹੁਤ ਹੀ ਗੂੜੇ ਹੋ ਜਾਂਦੇ ਹਨ। ਤੇ ਜੋ ਸ਼ਾਹਜਮਾਨ ਹੈ ਉਹ ਕੱਟੜ ਵੈਰੀ ਹੁੰਦਾ ਹੈ ਅੰਗਰੇਜ਼ਾਂ ਦਾ। ਠੀਕ ਹੈ, ਤੇ ਉਹ ਕੀ ਕਰਦਾ ਹੈ ਅੰਗਰੇਜ਼ ਕੀ ਚਾਹੁੰਦੇ ਹੁੰਦੇ ਹਨ ਕਿ ਸ਼ਾਹਜਮਾਨ ਦੇ ਸੰਬੰਧ ਰਣਜੀਤ ਸਿੰਘ ਦੇ ਨਾਲੋਂ ਜੋ ਹਨ ਉਹ ਤੋੜੇ ਜਾਣ। ਠੀਕ ਹੈ, ਸੋ ਇਸ ਦੇ ਲਈ ਅੰਗਰੇਜ਼ ਕੀ ਕਰਦੇ ਹਨ ਉਹ 1800 ਈਸਵੀ ਦੇ ਵਿੱਚ ਜੋ ਹੈ 1800 ਈਸਵੀ ਦੇ ਵਿੱਚ ਕੀ ਹੁੰਦਾ ਹੈ ਲਾਰਡ ਵੈਲਜ਼ਲੀ ਜੋ ਹੁੰਦਾ ਹੈ ਉਹ ਮੁਨਸ਼ੀ ਯੂਸਫ ਅਲੀ ਖਾਨ ਨੂੰ ਕੁਛ ਤੋਹਫੇ ਦੇ ਕੇ ਰਣਜੀਤ ਸਿੰਘ ਦੇ ਕੋਲ ਭੇਜਦਾ ਹੈ। ਤੇ ਉਹ ਕਹਿੰਦਾ ਹੈ ਕਿ ਸ਼ਾਹਜਮਾਨ ਜੋ ਹੈ ਉਸ ਦਾ ਸਾਥ ਰਣਜੀਤ ਸਿੰਘ ਜੋ ਹੈ ਉਹ ਛੱਡ ਦੇਵੇ। ਤੇ ਰਣਜੀਤ ਸਿੰਘ ਜੋ ਹੁੰਦਾ ਹੈ ਉਹ ਇਹ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਕਿ ਜੇਕਰ ਉਹ ਸ਼ਾਹਜਮਾਨ ਦਾ ਜੋ ਹੈ ਸਾਥ ਦੇਗਾ ਹੋਰ ਵੀ ਤਾਂ ਜੋ ਅੰਗਰੇਜ਼ਾਂ ਵੱਲੋਂ ਉਸ ਦੇ ਨਾਲ ਜੋ ਹੈ ਸੰਬੰਧ ਹੋਰ ਵੀ ਵਿਗੜ ਸਕਦੇ ਹਨ। ਸੋ ਉਸ ਨੂੰ ਪਤਾ ਸੀ ਅੰਗਰੇਜ਼ ਜੋ ਹਨ ਉਹਨਾਂ ਦੇ ਸਾਧਨ ਬਹੁਤ ਹਨ, ਗਿਆਨ ਬਹੁਤ ਹੈ। ਇੱਕ ਅੰਗਰੇਜ਼ ਰਣਜੀਤ ਸਿੰਘ 'ਤੇ ਇਹ ਵੀ ਦਬਾਅ ਪਾਉਣਾ ਚਾਹੁੰਦੇ ਸਨ ਕਿ ਜਿਵੇਂ ਉਹਨਾਂ ਨੇ ਜੋ ਟੀਪੂ ਸੁਲਤਾਨ ਨੂੰ ਮਰਹੱਟੇ ਜੋ ਸਨ ਠੀਕ ਹੈ ਉਹਨਾਂ ਨੂੰ ਹਰਾਇਆ ਸੀ ਇਸ ਤਰ੍ਹਾਂ ਉਹ ਰਣਜੀਤ ਸਿੰਘ ਨੂੰ ਵੀ ਹਰਾ ਸਕਦੇ ਹਨ। ਸੋ ਇਸ ਤਰ੍ਹਾਂ ਜੋ ਹੈ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਦੂਤ ਭੇਜੇ ਜਾਂਦੇ ਹਨ। ਠੀਕ ਹੈ, ਮੁਨਸ਼ੀ ਯੂਸਫ ਅਲੀ ਖਾਨ ਨੂੰ ਰਣਜੀਤ ਸਿੰਘ ਕੋਲ ਭੇਜਿਆ ਜਾਂਦਾ ਹੈ ਪਰ ਇਸ ਦੇ ਨਾਲ ਰਿਲੇਟਡ ਕੋਈ ਵੀ ਰਣਜੀਤ ਸਿੰਘ ਜੋ ਹੈ ਫੈਸਲਾ ਨਹੀਂ ਲੈਂਦਾ, ਨਾ ਹੀ ਅੰਗਰੇਜ਼ਾਂ ਦੇ ਨਾਲ ਬਹੁਤੀ ਮਿੱਤਰਤਾ ਰੱਖਦਾ ਹੈ ਤੇ ਨਾ ਹੀ ਜੋ ਹੈ ਸ਼ਾਹਜਮਾਨ ਦੇ ਨਾਲ ਬਹੁਤੀ ਮਿੱਤਰਤਾ ਰੱਖਦਾ ਹੈ। ਇਸ ਤੋਂ ਬਾਅਦ ਇੰਪੋਰਟੈਂਟ ਫੈਕਟ ਸਾਡੇ ਸਾਹਮਣੇ ਆਉਂਦਾ ਹੈ ਅੰਗਰੇਜ਼ਾਂ ਦੇ ਜੋ ਸੰਬੰਧਾਂ ਦੇ ਨਾਲ ਰਿਲੇਟਡ ਸਿੰਧੀਆ ਵੱਲੋਂ ਜੋ ਹੈ ਸਹਾਇਤਾ ਬੇਨਤੀ ਸਵੀਕਾਰ ਕੀਤੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ। ਦੌਲਤ ਰਾਓ ਸਿੰਧੀਆ ਹੁੰਦਾ ਹੈ ਜੋ ਕਿ ਮਰਾਠਾ ਸਰਦਾਰ ਹੁੰਦਾ ਹੈ। ਠੀਕ ਹੈ, ਉਹ ਕੀ ਕਰਦਾ ਹੈ ਦਿੱਲੀ ਤੇ ਅਧਿਕਾਰ ਦੀ ਜੋ ਯੋਜਨਾ ਬਣਾ ਲੈਂਦਾ ਹੈ। ਠੀਕ ਹੈ, ਤੇ ਉਹ ਚਾਹੁੰਦਾ ਹੈ ਕਿ ਰਣਜੀਤ ਸਿੰਘ ਜੋ ਹੈ ਉਹ ਜੋ ਸਿੰਧੀਆ ਹੁੰਦਾ ਹੈ ਦੌਲਤ ਰਾਓ ਸਿੰਧੀਆ ਉਸ ਦੀ ਮਦਦ ਕਰੇ। ਦੌਲਤ ਰਾਓ ਸਿੰਧੀਆ ਵੀ ਜੋ ਹੈ ਉਹ ਮਾਲਵੇ ਪ੍ਰਦੇਸ਼ਾਂ 'ਤੇ ਅਧਿਕਾਰ ਕਰਨਾ ਚਾਹੁੰਦਾ ਹੈ ਤੇ ਰਣਜੀਤ ਸਿੰਘ ਵੀ ਜੋ ਹੁੰਦਾ ਹੈ ਉਹ ਮਾਲਵੇ ਪ੍ਰਦੇਸ਼ਾਂ 'ਤੇ ਆਪਣਾ ਅਧਿਕਾਰ ਰੱਖਣਾ ਚਾਹੁੰਦਾ ਹੈ। ਸੋ ਰਣਜੀਤ ਸਿੰਘ ਕੀ ਕਰਦਾ ਹੈ ਸਿੰਧੀਆ ਵੱਲੋਂ ਜੋ ਵੀ ਸਹਾਇਤਾ ਦੀ ਜੋ ਮੰਗ ਰੱਖੀ ਜਾਂਦੀ ਹੈ ਜੋ ਇੱਕ ਦੂਜੇ ਨੂੰ ਸਹਾਇਤਾ ਦੇਣ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ ਉਸ ਨੂੰ ਅਸਵੀਕਾਰ ਕਰ ਦਿੰਦਾ ਹੈ। ਸੋ ਕੀ ਹੁੰਦਾ ਹੈ ਇਸ ਦੇ ਵਿੱਚ ਮਾਲਵੇ 'ਤੇ ਅਧਿਕਾਰ ਦੀ ਇੱਛਾ ਹੁੰਦੀ ਹੈ ਦੋਨਾਂ ਦੀ, ਇਸ ਕਰਕੇ ਜੋ ਹੈ ਕਿਸੇ ਤਰ੍ਹਾਂ ਦਾ ਵੀ ਜੋ ਹੈ ਉਹ ਸਮਝੌਤਾ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਇੱਕ ਦੂਜੇ ਨਾਲ ਨਹੀਂ ਕਰਦੇ। ਸੋ ਇਸ ਵਿੱਚ ਤੁਸੀਂ ਇੰਪੋਰਟੈਂਟ ਫੈਕਟ ਇਹ ਯਾਦ ਰੱਖਣਾ ਹੈ ਕਿ ਜੇਕਰ ਪੇਪਰ ਵਿੱਚ ਪੁੱਛ ਲਿਆ ਜਾਵੇ ਦੌਲਤ ਰਾਓ ਸਿੰਧੀਆ ਕੌਣ ਸੀ ਤਾਂ ਉਹ ਮਰਾਠਾ ਸਰਦਾਰ ਸੀ ਜਿਸ ਦੀ ਕੀ ਜੋ ਸੀ ਸਹਾਇਤਾ ਦੀ ਬੇਨਤੀ ਮਹਾਰਾਜਾ ਰਣਜੀਤ ਸਿੰਘ ਨੇ ਜੋ ਹੈ ਅਸਵੀਕਾਰ ਕਰ ਦਿੱਤੀ ਸੀ। ਨੈਕਸਟ ਇੰਪੋਰਟੈਂਟ ਜੋ ਪੁਆਇੰਟ ਹੈ ਉਹ ਹੈ ਜਸਵੰਤ ਰਾਓ ਹੋਲਕਰ ਦਾ ਅੰਗਰੇਜ਼ਾਂ ਵਿਰੁੱਧ ਸਹਾਇਤਾ ਲਈ ਪੰਜਾਬ ਆਉਣਾ। ਸੋ ਜੋ ਜਸਵੰਤ ਰਾਓ ਹੋਲਕਰ ਹੈ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਜੋ ਪੁਆਇੰਟ ਹੈ ਇਸ ਦੇ ਵਿੱਚ ਅੰਗਰੇਜ਼ੀ ਸੈਨਾਪਤੀ ਲੇਕ ਦੇ ਨਾਲ ਜੋ ਹੈ ਜਸਵੰਤ ਰਾਓ ਹੋਲਕਰ ਦਾ ਜੋ ਸਮਝੌਤਾ ਹੁੰਦਾ ਹੈ। ਜੋ ਜਸਵੰਤ ਰਾਓ ਹੋਲਕਰ ਹੈ ਅੰਗਰੇਜ਼ਾਂ ਵਿਰੁੱਧ ਸਹਾਇਤਾ ਦੇ ਲਈ ਪੰਜਾਬ ਦੇ ਵਿੱਚ ਆਉਂਦਾ ਹੈ। ਰਣਜੀਤ ਸਿੰਘ ਇਸ ਸਮੇਂ ਜੋ ਹੈ ਮੁਲਤਾਨ ਜਿੱਤ ਦੇ ਵਿੱਚ ਰੁੱਝਿਆ ਹੁੰਦਾ ਹੈ। ਜਸਵੰਤ ਰਾਓ ਹੋਲਕਰ ਅੰਗਰੇਜ਼ਾਂ ਤੋਂ ਹਾਰਿਆ ਹੁੰਦਾ ਹੈ। ਠੀਕ ਹੈ, ਸੋ ਇਸ ਲਈ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਮਦਦ ਦੇ ਲਈ ਆਉਂਦਾ ਹੈ। ਪਰ ਮਹਾਰਾਜਾ ਰਣਜੀਤ ਸਿੰਘ ਜੀ ਸਨ ਉਹ ਬਿਲਕੁਲ ਭਾਵੁਕਤਾ ਦੀ ਨੀਤੀ 'ਤੇ ਨਾ ਚੱਲ ਕੇ ਸੂਝ-ਬੂਝ ਦੀ ਨੀਤੀ 'ਤੇ ਚੱਲ ਕੇ ਕੀ ਕਰਦੇ ਹਨ ਉਹ ਇੱਕ ਗੁਰਮਤਾ ਰੱਖਿਆ ਜਾਂਦਾ ਹੈ ਜਿਸ ਦੇ ਵਿੱਚ ਮਤਾ ਪਕਾਇਆ ਜਾਂਦਾ ਹੈ ਕੀ ਉਹਨਾਂ ਨੇ ਡਿਸੀਜ਼ਨ ਲੈਣਾ ਹੈ ਕਿ ਨਹੀਂ ਲੈਣਾ ਹੈ। ਸੋ ਭਾਗ ਸਿੰਘ ਆਹਲੂਵਾਲੀਆ ਇਹਨਾਂ ਦੇ ਜੋ ਹੈ ਹਜ਼ੂਰੀ ਦੇ ਵਿੱਚ ਇਹਨਾਂ ਦੀ ਜੋ ਹੈ ਪ੍ਰੈਜ਼ੈਂਟ ਦੇ ਵਿੱਚ ਇੱਕ ਗੁਰਮਤਾ ਜੋ ਹੈ ਕੀਤਾ ਜਾਂਦਾ ਹੈ। ਠੀਕ ਹੈ, ਸਲਾਹ ਕੀਤੀ ਜਾਂਦੀ ਹੈ ਤੇ ਇਹ ਡਿਸੀਜ਼ਨ ਲਿਆ ਜਾਂਦਾ ਹੈ ਕਿ ਜਸਵੰਤ ਰਾਓ ਹੋਲਕਰ ਦਾ ਜੋ ਹੈ ਸਾਥ ਨਾ ਦਿੱਤਾ ਜਾਵੇ, ਉਹਨਾਂ ਦੀ ਕੋਈ ਵੀ ਸਹਾਇਤਾ ਨਾ ਕੀਤੀ ਜਾਵੇ। ਸੋ ਜੇਕਰ ਤੁਹਾਨੂੰ ਇਸ ਤਰ੍ਹਾਂ ਇੰਪੋਰਟੈਂਟ ਫੈਕਟ ਪੁੱਛ ਲਿਆ ਜਾਵੇ ਕਿ ਰਣਜੀਤ ਸਿੰਘ ਨੇ ਕਿਸ ਦੇ ਜੋ ਹੈ ਕਿਸ ਨੂੰ ਜੋ ਹੈ ਯੋਗ ਨਹੀਂ ਸਮਝਿਆ ਜਸਵੰਤ ਰਾਓ ਹੋਲਕਰ ਨੂੰ ਜੋ ਹੈ ਉਹਨਾਂ ਨੇ ਯੋਗ ਨਹੀਂ ਸਮਝਿਆ ਸੀ ਸਹਾਇਤਾ ਦੇ ਲਈ। ਠੀਕ ਹੈ, ਕਿਉਂਕਿ ਜੋ ਰਣਜੀਤ ਸਿੰਘ ਜੀ ਸਨ ਉਹ ਵੀ ਜੋ ਸਨ ਅੰਗਰੇਜ਼ਾਂ ਦੇ ਨਾਲ ਕੋਈ ਵੀ ਜੋ ਹੈ ਦੁਸ਼ਮਣੀ ਮੁੱਲ ਨਹੀਂ ਲੈਣਾ ਚਾਹੁੰਦੇ ਸਨ ਕਿ ਜਸਵੰਤ ਰਾਓ ਹੋਲਕਰ ਦਾ ਸਾਥ ਦੇ ਕੇ ਅੰਗਰੇਜ਼ਾਂ ਦੇ ਵਿਰੁੱਧ ਹੋ ਜਾਣ। ਸੋ ਜਸਵੰਤ ਰਾਓ ਹੋਲਕਰ ਦਾ ਇੰਪੋਰਟੈਂਟ ਫੈਕਟ ਹੈ ਕਿ ਉਸ ਦਾ ਜੋ ਹੈ ਸਮਝੌਤਾ ਹੁੰਦਾ ਹੈ ਅੰਗਰੇਜ਼ੀ ਸੈਨਾਪਤੀ ਲੇਕ ਦੇ ਨਾਲ।
ਸੋ ਨੈਕਸਟ ਇੰਪੋਰਟੈਂਟ ਤੁਸੀਂ ਫੈਕਟ ਦੇਖ ਸਕਦੇ ਹੋ, ਉਸ ਸਮੇਂ ਲਾਰਡ ਵੈਲਜ਼ਲੀ ਜੋ ਹੁੰਦਾ ਹੈ ਉਸ ਦੀ ਨੀਤੀ ਹੁੰਦੀ ਹੈ ਵਿਸਥਾਰਵਾਦੀ ਦੀ, ਅਤੇ ਜੋ ਕਾਰਨਵਾਲਿਸ ਉਸ ਸਮੇਂ ਹੁੰਦਾ ਹੈ ਜੋ ਗਵਰਨਰ ਜਨਰਲ ਭਾਰਤ ਦਾ ਬਣ ਕੇ ਆਉਂਦਾ ਹੈ ਉਸ ਦੀ ਨੀਤੀ ਹੁੰਦੀ ਹੈ ਅਣ ਆਕਰਮਕ ਨੀਤੀ। ਠੀਕ ਹੈ, ਉਹ ਕਿਸੇ ਤਰ੍ਹਾਂ ਦਾ ਵੀ ਯੁੱਧ ਨਹੀਂ ਚਾਹੁੰਦਾ। ਸੋ ਉਸ ਸਮੇਂ ਹਾਲਾਤ ਤਾਂ ਯੁੱਧ ਵਰਗੇ ਬਣ ਜਾਂਦੇ ਹਨ, ਪਰ ਇਹ ਯੁੱਧ ਦੀ ਜੋ ਹੈ ਜੋ ਉਸ ਸਮੇਂ ਮਾਹੌਲ ਹੁੰਦਾ ਹੈ ਉਸਨੂੰ ਰੋਕਿਆ ਜਾਂਦਾ ਹੈ। ਅਤੇ ਇੱਕ ਇੰਪੋਰਟੈਂਟ ਜੋ ਇੱਥੇ ਸੰਧੀ ਹੁੰਦੀ ਹੈ, ਬਹੁਤ ਹੀ ਇੰਪੋਰਟੈਂਟ, ਯੁੱਧ ਦੀ ਜਗ੍ਹਾ ਇੱਕ 1805 ਈਸਵੀ ਦੀ ਜੋ ਹੈ ਸੰਧੀ ਹੋ ਜਾਂਦੀ ਹੈ ਇਹਨਾਂ ਦੇ ਵਿੱਚ, ਅਤੇ 1806 ਈਸਵੀ ਨੂੰ ਜੋ ਹੈ ਇੱਕ ਲਾਹੌਰ ਦੀ ਸੰਧੀ ਹੁੰਦੀ ਹੈ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਜਨਵਰੀ 1806 ਈਸਵੀ ਨੂੰ, ਜਨਵਰੀ 1806 ਈਸਵੀ ਨੂੰ ਜੋ ਹੈ ਇੰਪੋਰਟੈਂਟ ਇਹ ਸੰਧੀ ਹੁੰਦੀ ਹੈ, ਲਾਹੌਰ ਦੀ ਸੰਧੀ ਪੁੱਛ ਲਈ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਸਭ ਤੋਂ ਪਹਿਲਾਂ ਹੁੰਦੇ ਹਨ, ਅਤੇ ਬਾਅਦ ਵਿੱਚ ਹੀ ਜੋ ਹੈ ਇਹ ਸੰਧੀਆਂ ਤੱਕ ਨੌਬਤ ਆਉਂਦੀ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਸਾਥ ਦੇ ਕੇ, ਸਹਾਇਤਾ ਦੇ ਕੇ ਆਪਣੀ ਜੋ ਹੈ ਅੰਗਰੇਜ਼ਾਂ ਦੇ ਨਾਲ ਸੰਬੰਧ ਖਰਾਬ ਨਹੀਂ ਕਰਨਾ ਚਾਹੁੰਦਾ ਸੀ, ਕਿਸੇ ਤਰ੍ਹਾਂ ਦਾ ਵੀ ਯੁੱਧ ਨਹੀਂ ਚਾਹੁੰਦਾ ਸੀ, ਨਾ ਹੀ ਕਾਰਨਵਾਲਿਸ 'ਚ ਯੁੱਧ ਚਾਹੁੰਦਾ ਸੀ। ਇਸ ਲਈ ਜੋ ਹੈ ਸੰਧੀ ਲਾਹੌਰ ਦੀ ਜੋ ਹੁੰਦੀ ਹੈ ਕਿਸ ਦੇ ਨਾਲ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ, ਅੰਗਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਸਿੰਘ ਆਹਲੂਵਾਲੀਆ ਦੇ ਨਾਲ ਇੱਕ ਮਿੱਤਰਤਾ ਦੀ ਸੰਧੀ ਹੁੰਦੀ ਹੈ। ਇਹ ਜੋ ਲਾਹੌਰ ਦੀ ਸੰਧੀ ਹੈ ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਂਝੀ ਮਿੱਤਰਤਾ ਦੀ ਸੰਧੀ, ਏਕਤਾ ਦੀ ਸੰਧੀ, ਲਾਹੌਰ ਦੀ ਸੰਧੀ। ਠੀਕ ਹੈ, ਕਦੋਂ ਹੁੰਦੀ ਹੈ? ਜਨਵਰੀ 1806 ਈਸਵੀ ਦੀ। ਸੋ ਤੁਸੀਂ ਇੰਪੋਰਟੈਂਟ ਇਸ ਨੂੰ ਯਾਦ ਰੱਖਣਾ ਹੈ। ਨੈਕਸਟ ਇੰਪੋਰਟੈਂਟ ਜੋ ਸੰਧੀ ਹੈ ਉਹ ਵੀ ਅਸੀਂ ਜਾਣਨੀ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਹੁੰਦੀ ਹੈ, ਉਸ ਨੂੰ ਵੀ ਅਸੀਂ ਧਿਆਨ ਦੇ ਨਾਲ ਕਰਨਾ ਹੈ। ਜੋ ਇੰਪੋਰਟੈਂਟ ਨੈਕਸਟ ਸੰਧੀ ਹੈ ਉਹ ਹੈ ਅੰਮ੍ਰਿਤਸਰ ਦੀ ਸੰਧੀ। ਠੀਕ ਹੈ, ਅੰਮ੍ਰਿਤਸਰ ਦੀ ਸੰਧੀ ਕਦੋਂ ਹੁੰਦੀ ਹੈ? ਇਸ ਦਾ ਟਾਈਮ ਪੀਰੀਅਡ ਤੁਸੀਂ ਯਾਦ ਰੱਖਣਾ ਹੈ 25 ਅਪ੍ਰੈਲ 1809 ਈਸਵੀ ਨੂੰ। 25 ਅਪ੍ਰੈਲ 1809 ਈਸਵੀ ਨੂੰ ਜੋ ਹੈ ਇਹ ਸੰਧੀ ਹੁੰਦੀ ਹੈ, ਅਤੇ ਇਹਦੀ ਜੋ ਇੰਪੋਰਟੈਂਟ ਮਹੱਤਤਾ ਕੀ ਹੈ ਕਿ ਸਿੱਖਾਂ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਦੇ ਲਈ ਜੋ ਅੰਮ੍ਰਿਤਸਰ ਦੀ ਸੰਧੀ ਹੈ ਇੱਕ ਮੀਲ ਪੱਥਰ ਜੋ ਹੈ ਸਾਬਿਤ ਹੁੰਦੀ ਹੈ। ਇਸ ਦੇ ਵਿੱਚ ਵੀ ਜੋ ਹੈ ਬਹੁਤ ਹੀ ਜ਼ਿਆਦਾ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਸੰਧੀ ਦੀ, ਜਿਸ ਵਿੱਚ ਜੋ ਹੈ ਅਸੀਂ ਇੰਪੋਰਟੈਂਟ ਵੇ ਦੇ ਨਾਲ ਸਾਰੇ ਹੀ ਫੈਕਟ ਕਰਾਂਗੇ। ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਮਾਲਵੇ ਦੀਆਂ ਜੋ ਮੁਹਿੰਮਾਂ ਭੇਜੀਆਂ ਜਾਂਦੀਆਂ ਹਨ। ਠੀਕ ਹੈ, ਰਣਜੀਤ ਸਿੰਘ ਜੀ ਦੁਆਰਾ ਜੋ ਹੈ ਮਾਲਵੇ ਦੀਆਂ ਮੁਹਿੰਮਾਂ ਭੇਜੀਆਂ ਜਾਂਦੀਆਂ ਹਨ, ਜਿਸ ਦੇ ਵਿੱਚ ਮਾਲਵਾ ਸਰਦਾਰ ਦੁਆਰਾ ਅੰਗਰੇਜ਼ੀ ਸਹਾਇਤਾ ਪ੍ਰਾਪਤ ਕਰਨ ਦੇ ਜੋ ਹੈ ਯਤਨ ਕੀਤੇ ਜਾਂਦੇ ਹਨ। ਠੀਕ ਹੈ, ਸੋ ਇਸ ਦੇ ਲਈ ਮਾਲਵਾ ਦੀਆਂ ਮੁਹਿੰਮਾਂ ਭੇਜੀਆਂ ਜਾਂਦੀਆਂ ਹਨ। ਠੀਕ ਹੈ, ਸੋ ਨੈਕਸਟ ਕੀ ਹੁੰਦਾ ਹੈ, ਯੂਰਪ ਦੇ ਵਿੱਚ ਇੱਕ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਕੀ ਹੁੰਦਾ ਹੈ, ਇੱਕ ਟਿਲਸਿਟ ਦੀ ਸੰਧੀ ਹੁੰਦੀ ਹੈ। ਬਹੁਤ ਹੀ ਇੰਪੋਰਟੈਂਟ ਜੋ ਫੈਕਟ ਪੁੱਛ ਲਿਆ ਜਾਂਦਾ ਹੈ, ਟਿਲਸਿਟ ਦੀ ਸੰਧੀ ਕਦੋਂ ਹੋਈ? ਟਿਲਸਿਟ ਦੀ ਸੰਧੀ ਪੁੱਛ ਲਈ ਜਾਂਦੀ ਹੈ, ਅਤੇ ਜੁਲਾਈ 1807 ਈਸਵੀ ਨੂੰ ਹੋਈ ਸੀ। ਕਿਸ ਦੇ ਵਿਚਕਾਰ ਹੋਈ ਸੀ? ਤਾਂ ਇਹ ਸੰਧੀ ਜੋ ਹੈ ਫਰਾਂਸ ਦੇ ਨੈਪੋਲੀਅਨ ਬੋਨਾਪਾਰਟ ਦੇ ਵਿੱਚ ਅਤੇ ਰੂਸ ਦੇ ਜ਼ਾਰ ਅਲੈਗਜ਼ੈਂਡਰ ਦੇ ਵਿੱਚ ਜੋ ਹੈ ਇਹ ਟਿਲਸਿਟ ਦੀ ਸੰਧੀ ਹੋਈ ਸੀ। ਬਹੁਤ ਹੀ ਇੰਪੋਰਟੈਂਟ ਹੈ, ਇਹ ਪੁੱਛ ਲਈ ਜਾ ਸਕਦੀ ਹੈ। ਇਸ ਦੇ ਲਈ ਜੋ ਹੈ ਮੈਂ ਥੋੜ੍ਹਾ ਜੋ ਇਸ ਦੇ ਵਿੱਚ ਜੋ ਸੰਬੰਧ ਹਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਹੀ ਇੰਪੋਰਟੈਂਟ ਵੀ ਇਹਦੇ ਨਾਲ ਕਵਰ ਕੀਤੇ ਹਨ। ਸੋ ਇਸ ਦੇ ਵਿੱਚ ਜੋ ਹੈ ਸੰਧੀ ਹੁੰਦੀ ਹੈ ਟਿਲਸਿਟ ਦੀ, ਤੁਸੀਂ ਨਾਮ ਯਾਦ ਰੱਖਣੇ ਹਨ, ਫਰਾਂਸ ਦੇ ਨੈਪੋਲੀਅਨ ਬੋਨਾਪਾਰਟ ਅਤੇ ਰੂਸ ਦੇ ਜ਼ਾਰ ਅਲੈਗਜ਼ੈਂਡਰ ਦੇ ਵਿੱਚ। ਸੋ ਜੋ ਨੈਪੋਲੀਅਨ ਹੁੰਦਾ ਹੈ ਉਹ ਹਮਲਾ ਕਰਨ ਦੀਆਂ ਵਿਉਂਤਾਂ ਬਣਾਉਂਦਾ ਹੈ। ਠੀਕ ਹੈ, ਦੂਜੇ ਪਾਸੇ ਜੋ ਗਵਰਨਰ ਜਨਰਲ ਮਿੰਟੋ ਹੁੰਦਾ ਹੈ ਉਸ ਸਮੇਂ ਉਹ ਆਪਣੇ ਰਾਜਦੂਤ ਭੇਜਦਾ ਹੈ, ਸਾਵਧਾਨ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਇਸ ਤਰ੍ਹਾਂ ਜੋ ਹੈ ਜੋ ਮਾਹੌਲ ਬਣ ਰਿਹਾ ਹੈ, ਠੀਕ ਹੈ, ਯੁੱਧ ਦਾ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈ, C.T. ਮੈਟਕਾਫ ਜੋ ਹੁੰਦਾ ਹੈ ਲਾਹੌਰ ਦੇ ਵਿੱਚ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜੋ ਹੈ ਸੰਧੀ ਕਰਨ ਦੇ ਲਈ ਭੇਜਿਆ ਜਾਂਦਾ ਹੈ। ਠੀਕ ਹੈ, C.T. ਮੈਟਕਾਫ ਨੂੰ ਠੀਕ ਹੈ ਭੇਜਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਜੋ ਹੈ ਦਰਬਾਰ ਦੇ ਵਿੱਚ। ਮੋਟਿਵ ਕੀ ਹੁੰਦਾ ਹੈ, ਉਸ ਦੇ ਨਾਲ ਸੰਧੀ ਕਰਨਾ। ਸੋ ਮੈਟਕਾਫ ਮਿਸ਼ਨ ਪੇਪਰ ਵਿੱਚ ਪੁੱਛ ਲਿਆ ਜਾਵੇ ਕਦੋਂ ਆਇਆ, ਅਤੇ ਇਸ ਦਾ ਸਮਾਂ ਤੁਸੀਂ ਯਾਦ ਰੱਖਣਾ ਹੈ 1808 ਈਸਵੀ ਦੇ ਵਿੱਚ ਆਇਆ ਸੀ। ਇਸ ਮਿਸ਼ਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਹਨ, ਪਰ ਇਸ ਸ਼ਰਤਾਂ ਨੂੰ ਜੋ ਹੈ ਮਹਾਰਾਜਾ ਰਣਜੀਤ ਸਿੰਘ ਜੋ ਹੈ ਉਹ ਨਾ ਮਨਜ਼ੂਰ ਕਰ ਦਿੰਦਾ ਹੈ। ਸੋ ਇਸ ਤੋਂ ਬਾਅਦ ਜੋ ਹੈ ਮਾਲਵੇ ਦੀ ਜੋ ਹੈ ਤੀਸਰੀ ਮੁਹਿੰਮ ਜੋ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੋ ਹੈ ਉਹ ਮੈਟਕਾਫ ਨੂੰ ਆਪਣੇ ਨਾਲ ਰੱਖਦਾ ਹੈ। ਸੋ ਪੇਪਰ ਵਿੱਚ ਇਸ ਤਰ੍ਹਾਂ ਵੀ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਕਿ ਕਿਸ ਮੁਹਿੰਮ ਦੇ ਵਿੱਚ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੇ ਮੈਟਕਾਫ ਨੂੰ ਆਪਣੇ ਨਾਲ ਰੱਖਿਆ ਸੀ? ਤਾਂ ਮਾਲਵੇ ਦੀ ਤੀਸਰੀ ਮੁਹਿੰਮ ਜੋ ਸੀ ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੇ ਨਾਲ ਰੱਖਿਆ ਸੀ। ਸੋ ਇਸ ਦੇ ਵਿੱਚ ਕੀ ਹੁੰਦਾ ਹੈ, ਉਸ ਤੋਂ ਬਾਅਦ ਜੋ ਹੈ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ, ਮੈਟਕਾਫ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਕਿੱਥੇ ਹੈ? ਠੀਕ ਹੈ, ਇਹ ਵੀ ਇੰਪੋਰਟੈਂਟ ਫੈਕਟ ਪੁੱਛਿਆ ਜਾ ਸਕਦਾ ਹੈ। ਸੋ 12 ਸਤੰਬਰ ਤੁਸੀਂ ਯਾਦ ਰੱਖਣਾ ਹੈ 1808 ਈਸਵੀ ਨੂੰ
12 ਸਤੰਬਰ 1808 ਈਸਵੀ ਨੂੰ ਜੋ ਹੈ ਮੈਟਕਾਫ ਜੋ ਹੈ ਕਸੂਰ ਦੇ ਲਾਗੇ ਖੇਮਕਰਨ ਦੇ ਵਿੱਚ ਜੋ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਹੈ। ਕਸੂਰ ਦੇ ਲਾਗੇ ਖੇਮਕਰਨ ਦੇ ਵਿੱਚ ਮੈਟਕਾਫ ਦੀ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੋ ਹੈ ਮੁਲਾਕਾਤ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਜੋ ਹੈ ਉਸ ਤਰ੍ਹਾਂ ਦੀ ਜੋ ਟਾਈਮ ਦੀ ਯੂਰਪ ਦੀ ਰਾਜਨੀਤਿਕ ਸਥਿਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਹੈ ਇੱਕ ਅਦਭੁਤ ਜਿਹਾ ਪਰਿਵਰਤਨ ਆਉਂਦਾ ਹੈ, ਬਹੁਤ ਹੀ ਡਿਫਰੈਂਟ ਜੋ ਹੈ ਉਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ। ਅਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੋ ਹੈ ਅੰਗਰੇਜ਼ਾਂ ਦੇ ਨਾਲ ਸੰਧੀ ਕਰਨ ਦੇ ਲਈ ਜੋ ਹੈ ਪੂਰੀ ਤਰ੍ਹਾਂ ਨਾਲ ਮਜਬੂਰ ਹੋ ਜਾਂਦਾ ਹੈ। ਠੀਕ ਹੈ। ਸੋ 7 ਅਪ੍ਰੈਲ 1809 ਈਸਵੀ ਨੂੰ ਜੋ ਹੈ ਫਰੀਦਕੋਟ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ ਅਤੇ 25 ਅਪ੍ਰੈਲ 1809 ਈਸਵੀ ਨੂੰ ਜੋ ਹੈ ਅੰਮ੍ਰਿਤਸਰ ਦੀ ਸੰਧੀ 'ਤੇ ਦਸਤਖਤ ਕੀਤੇ ਜਾਂਦੇ ਹਨ। ਸੋ ਇਹ ਦੋ ਫੈਕਟ ਜੋ ਹਨ ਬਹੁਤ ਹੀ ਇੰਪੋਰਟੈਂਟ ਹਨ। ਇਸ ਤੋਂ ਪਹਿਲਾਂ ਜੋ ਹੈ ਮੈਟਕਾਫ ਕੀ ਕਰਦਾ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਗਵਰਨਰ ਜਨਰਲ ਦਾ ਪੱਤਰ ਦਿੱਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਮਾਲਵੇ ਪ੍ਰਦੇਸ਼ ਜੋ ਹਨ ਉਹਨਾਂ ਨੂੰ ਛੱਡ ਦੇਵੇ, ਪਰ ਜੋ ਮਹਾਰਾਜਾ ਰਣਜੀਤ ਸਿੰਘ ਜੀ ਹੁੰਦੇ ਹਨ ਉਹ ਸਤਲੁਜ ਪਾਰ ਦੇ ਇਲਾਕਿਆਂ ਨੂੰ ਛੱਡਣ ਵਾਲੇ ਨਹੀਂ ਹੁੰਦੇ, ਉਹ ਵੀ ਉਹਨਾਂ 'ਤੇ ਜੋ ਹੈ ਆਪਣਾ ਪੂਰਾ ਅਧਿਕਾਰ ਰੱਖਣਾ ਚਾਹੁੰਦੇ ਹਨ। ਸੋ ਯੁੱਧ ਲਈ ਮਹਾਰਾਜਾ ਰਣਜੀਤ ਸਿੰਘ ਜੀ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ। ਠੀਕ ਹੈ। ਸੋ ਕੁਝ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਹਨ ਉਸ ਸਮੇਂ ਮਨਵਾਉਣ ਲਈ ਜੋ ਹੈ ਡੇਵਿਡ ਅਖਤਰ ਲੋਨੀ ਨੂੰ ਹੁਕਮ ਦਿੱਤਾ ਜਾਂਦਾ ਹੈ। ਠੀਕ ਹੈ। ਸੋ ਇਹ ਕੰਮ ਜੋ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ, ਗੱਲ ਸਿਰੇ ਚੜ੍ਹਾਈ ਜਾਂਦੀ ਹੈ, ਜਿਸ ਤੋਂ ਬਾਅਦ ਜੋ ਹੈ ਇਸ ਤਰ੍ਹਾਂ ਇਹ ਸੰਧੀ ਤੱਕ ਗੱਲ ਪਹੁੰਚਦੀ ਹੈ। ਜੋ ਡੇਵਿਡ ਅਖਤਰ ਲੋਨੀ ਹੁੰਦਾ ਹੈ ਉਹ 16 ਜਨਵਰੀ 1809 ਈਸਵੀ ਨੂੰ ਜਮਨਾ ਪਾਰ ਕਰਕੇ ਮਾਲਵਾ ਪਹੁੰਚ ਜਾਂਦਾ ਹੈ। ਪੂਰੀ ਤਰ੍ਹਾਂ ਗੱਲਬਾਤ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਭਾਵੁਕ ਨਾ ਹੋ ਕੇ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਫਰੀਦਕੋਟ ਨੂੰ 7 ਅਪ੍ਰੈਲ 1809 ਈਸਵੀ ਨੂੰ ਖਾਲੀ ਕਰ ਦਿੰਦੇ ਹਨ ਅਤੇ 25 ਅਪ੍ਰੈਲ 1809 ਈਸਵੀ ਨੂੰ ਜੋ ਹੈ ਅੰਮ੍ਰਿਤਸਰ ਦੀ ਸੰਧੀ 'ਤੇ ਜੋ ਹੈ ਉਹ ਦਸਤਖਤ ਕਰ ਦਿੰਦੇ ਹਨ। ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਦੇ ਨਾਲ ਹੀ ਜੋ ਹੈ ਮਹਾਰਾਜਾ ਰਣਜੀਤ ਸਿੰਘ ਜੋ ਹਨ ਆਪਣੀ ਅੰਬਾਲਾ ਫੌਜ ਨੂੰ ਜੋ ਹੈ ਸਤਲੁਜ ਦੇ ਸੱਜੇ ਪਾਸੇ ਲੈ ਜਾਂਦੇ ਹਨ। ਕਿਸੇ ਤਰ੍ਹਾਂ ਦਾ ਵੀ ਜੋ ਯੁੱਧ ਹੈ ਇਸ ਸਮੇਂ ਨਹੀਂ ਹੁੰਦਾ ਅਤੇ ਸੰਧੀ ਹੋ ਜਾਂਦੀ ਹੈ 25 ਅਪ੍ਰੈਲ 1809 ਈਸਵੀ ਦੀ ਅੰਮ੍ਰਿਤਸਰ ਦੀ ਸੰਧੀ। ਸੋ ਇਹ ਜੇਕਰ ਅਸੀਂ ਇਸ ਦੀਆਂ ਜੋ ਹੈ ਮੁੱਖ ਸ਼ਰਤਾਂ ਦੇਖੀਆਂ ਜਾਣ, ਬਹੁਤ ਹੀ ਇੰਪੋਰਟੈਂਟ ਸੰਧੀ ਜੋ ਹੈ ਇਸ ਦੀਆਂ ਤੁਸੀਂ ਸ਼ਰਤਾਂ ਵੀ ਦੇਖ ਸਕਦੇ ਹੋ। ਦੋਵੇਂ ਸਰਕਾਰਾਂ ਇੱਕ ਦੂਜੇ ਨਾਲ ਮਿੱਤਰਤਾਪੂਰਨ ਸੰਬੰਧ ਰੱਖਣਗੀਆਂ। ਇਸ ਦੇ ਵਿੱਚ ਇਹ ਨੀਅਤ ਕੀਤਾ ਜਾਂਦਾ ਹੈ। ਰਣਜੀਤ ਸਿੰਘ ਨੂੰ ਸੁਤੰਤਰ ਰਾਜਾ ਸਵੀਕਾਰ ਕਰ ਲਿਆ ਜਾਂਦਾ ਹੈ। ਅੰਗਰੇਜ਼ਾਂ ਨਾਲ ਚੰਗੇ ਮਿੱਤਰਤਾ ਸੰਬੰਧ ਉਹਨਾਂ ਦੇ ਰਹਿਣਗੇ। ਠੀਕ ਹੈ। ਮਿੱਤਰਤਾਪੂਰਨ ਸੰਬੰਧ ਉਹਨਾਂ ਦੇ ਰੱਖੇ ਜਾਣਗੇ। ਇਸ ਦੇ ਨਾਲ ਹੀ ਸਤਲੁਜ ਦਰਿਆ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਵਿਚਕਾਰ ਇੱਕ ਸੀਮਾ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੱਖਣ ਵਿੱਚ ਕੇਵਲ ਓਨੀ ਹੀ ਸੈਨਾ ਰੱਖ ਸਕਦਾ ਹੈ ਜੋ ਅੰਦਰੂਨੀ ਸ਼ਾਂਤੀ ਦੀ ਸਥਾਪਨਾ ਅਤੇ ਭੂਮੀ ਘਰ ਇਕੱਠਾ ਕਰਨ ਦੇ ਲਈ ਜ਼ਰੂਰੀ ਹੋਵੇਗੀ। ਸੋ ਇਸ ਤਰ੍ਹਾਂ ਇੰਪੋਰਟੈਂਟ ਫੈਕਟ ਜੋ ਹੈ ਇਹ ਹੁੰਦਾ ਹੈ। ਇੱਕ ਇੰਪੋਰਟੈਂਟ ਫੈਕਟ ਜੋ ਮਾਲਵੇ ਦੇ ਨਾਲ ਰਿਲੇਟਡ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੋ ਮਾਲਵੇ ਦੀਆਂ ਰਿਆਸਤਾਂ ਨੂੰ ਜਿੱਤਣਾ ਚਾਹੁੰਦਾ ਸੀ, ਇਸ ਦੇ ਵਿੱਚ ਇਹ ਨੀਅਤ ਕਰ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਤਰ੍ਹਾਂ ਵੀ ਹੁਣ ਉਹ ਰਿਆਸਤਾਂ ਨੂੰ ਜਿੱਤਣ ਬਾਰੇ ਨਹੀਂ ਸੋਚੇਗਾ। ਠੀਕ ਹੈ। ਸੋ ਅੰਗਰੇਜ਼ ਕੀ ਕਰਦੇ ਹਨ, ਉਸ ਨੂੰ ਜੋ ਹੈ ਆਪਣੀ ਸੁਰੱਖਿਆ ਦੇ ਅੰਡਰ ਜੋ ਲੈ ਲੈਂਦੇ ਹਨ, ਜੋ ਮਾਲਵਾ ਹੁੰਦਾ ਹੈ। ਸੋ ਬਹੁਤ ਹੀ ਇੰਪੋਰਟੈਂਟ ਇਹ ਜੋ ਸ਼ਰਤਾਂ ਸਨ। ਹੁਣ ਅਸੀਂ ਨੈਕਸਟ ਇੰਪੋਰਟੈਂਟ ਵੇ ਦੇ ਨਾਲ ਕਰਾਂਗੇ ਥੋੜ੍ਹਾ ਜਿਹਾ ਜੋ ਅੰਗਰੇਜ਼ਾਂ ਦੇ ਨਾਲ ਕਿਹੜਾ ਟਾਈਮ ਸੀ ਜਿਹੜਾ ਮਿੱਤਰਤਾਪੂਰਨ ਸੰਬੰਧ ਰਿਹਾ ਸੀ, ਤਾਂ ਤੁਸੀਂ ਉਸ ਦਾ ਟਾਈਮ ਪੀਰੀਅਡ ਯਾਦ ਰੱਖਣਾ ਹੈ। ਇਸ ਦੇ ਵਿੱਚ ਬਹੁਤੀਆਂ ਜ਼ਿਆਦਾ ਇੰਪੋਰਟੈਂਟ ਘਟਨਾਵਾਂ ਤਾਂ ਨਹੀਂ ਵਾਪਰਦੀਆਂ। ਜੇਕਰ ਤੁਸੀਂ ਟਾਈਮ ਪੀਰੀਅਡ ਇਸ ਦੇ ਵਿੱਚ ਯਾਦ ਰੱਖਣਾ ਹੋਵੇ ਤਾਂ 1809 ਈਸਵੀ ਤੋਂ ਲੈ ਕੇ 1839 ਈਸਵੀ ਦੇ ਤੱਕ ਜੋ ਹੈ ਅੰਗਰੇਜ਼ਾਂ ਦੇ ਮਿੱਤਰਤਾਪੂਰਨ ਜੋ ਹਨ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧ ਰਹਿੰਦੇ ਹਨ। ਜ਼ਿਆਦਾ ਇਸ ਦੇ ਵਿੱਚ ਇੰਪੋਰਟੈਂਟ ਡੀਪਲੀ ਜੋ ਹੈ ਪੜ੍ਹਨ ਵਾਲਾ ਇਸ ਦੇ ਵਿੱਚ ਜ਼ਿਆਦਾ ਪੇਪਰ ਵਿੱਚ ਨਹੀਂ ਪੁੱਛਿਆ ਜਾਂਦਾ। ਜਿਹੜੇ ਜੋ ਮੇਨ ਇੰਪੋਰਟੈਂਟ ਪੁਆਇੰਟਸ ਹਨ ਉਹ ਮੈਂ ਸਾਰੇ ਹੀ ਇਸ ਵੀਡੀਓ ਦੇ ਵਿੱਚ ਉੱਪਰਲੀਆਂ ਜੋ ਉਹਨਾਂ ਦੀਆਂ ਮੁਹਿੰਮਾਂ ਸਨ, ਉਹਨਾਂ ਦੇ ਜੋ ਸੰਬੰਧ ਸਨ ਅੰਗਰੇਜ਼ਾਂ ਦੇ ਨਾਲ, ਉਸ ਵਿੱਚ ਕਵਰ ਕੀਤੇ ਹਨ। ਸੋ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਫੈਕਟ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੋ ਹਨ ਇਸ ਦੇ ਵਿੱਚ ਇੱਕ ਵਦਨੀ ਪਿੰਡ ਦਾ ਜੋ ਮਾਮਲਾ ਹੁੰਦਾ ਹੈ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੋ ਵਦਨੀ ਪਿੰਡ ਹੁੰਦਾ ਹੈ ਉਹਨਾਂ ਨੇ 1808 ਈਸਵੀ ਦੇ ਵਿੱਚ, ਠੀਕ ਹੈ, ਤੁਸੀਂ ਟਾਈਮ ਪੀਰੀਅਡ ਯਾਦ ਰੱਖ ਸਕਦੇ ਹੋ, 1808 ਈਸਵੀ ਦੇ ਵਿੱਚ ਉਹ ਕਿਹਨੂੰ ਦਿੱਤਾ ਹੁੰਦਾ ਹੈ, 1500 ਰੁਪਏ ਦੇ ਵਿੱਚ ਆਪਣੀ ਸੱਸ ਸਦਾ ਕੌਰ ਨੂੰ ਦਿੱਤਾ ਹੁੰਦਾ ਹੈ। ਅਤੇ ਬਾਅਦ ਵਿੱਚ ਸੱਸ ਸਦਾ ਕੌਰ ਦੇ ਨਾਲ ਉਹਨਾਂ ਦੇ ਸੰਬੰਧ ਜੋ ਹਨ ਬਹੁਤ ਹੀ ਜ਼ਿਆਦਾ ਵਿਗੜ ਜਾਂਦੇ ਹਨ ਅਤੇ ਉਹਨਾਂ ਨੂੰ 1821 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਜੋ ਹਨ ਉਹ ਕੈਦ ਕਰ ਲੈਂਦੇ ਹਨ। ਠੀਕ ਹੈ। ਸੋ ਇਹ ਵੀ ਇੰਪੋਰਟੈਂਟ ਫੈਕਟ ਪੁੱਛ ਲਿਆ ਜਾ ਸਕਦਾ ਹੈ ਕਿ ਉਹਨਾਂ ਨੇ ਆਪਣੀ ਸੱਸ ਸਦਾ ਕੌਰ ਨੂੰ ਕਦੋਂ ਕੈਦ ਕੀਤਾ, ਤਾਂ 1821 ਈਸਵੀ ਦੇ ਵਿੱਚ ਉਹਨਾਂ ਨੇ ਕੈਦ ਕੀਤਾ। ਬਦਨੀ ਪਿੰਡ ਸੀ ਜੋ ਉਹਨਾਂ ਨੇ ਜੋ ਹੈ 1500 ਰੁਪਏ ਦੇ ਵਿੱਚ ਸੱਸ ਸਦਾ ਕੌਰ ਨੂੰ ਜੋ ਹੈ 1808 ਈਸਵੀ ਦੇ ਵਿੱਚ ਦਿੱਤਾ ਸੀ। ਸੋ ਇਸ ਦੇ ਨਾਲ ਹੀ ਜੋ ਹੈ ਜੇਕਰ ਅਸੀਂ ਉਹਨਾਂ ਦਾ ਬਾਅਦ ਵਿੱਚ ਜੋ ਟਾਈਮ ਪੀਰੀਅਡ ਗੱਲ ਕੀਤੀ ਜਾਵੇ ਕਦੋਂ ਉਹਨਾਂ ਦੀ ਮੌਤ ਹੋਈ ਹੈ, ਤਾਂ 27 ਜੂਨ 1839 ਈਸਵੀ ਨੂੰ ਇਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ।
ਸੋ ਬਹੁਤ ਹੀ ਜ਼ਿਆਦਾ ਸੂਝਵਾਨ ਨੀਤੀ ਦੇ ਨਾਲ ਉਹਨਾਂ ਨੇ ਆਪਣਾ ਰਾਜ ਜੋ ਸੰਭਾਲਿਆ ਸੀ। ਉਹਨਾਂ ਨੇ ਜੋ ਹੈ ਇੰਪੋਰਟੈਂਟ ਅਸੀਂ ਉਹਨਾਂ ਦੇ ਇਫੈਕਟ ਹੋਰ ਵੀ ਜੋ ਹੈ ਦੇਖ ਸਕਦੇ ਹਾਂ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ। ਜਿਹੜਾ ਉਹਨਾਂ ਦਾ ਮੌਤ ਹੋਈ ਸੀ 27 ਜੂਨ 1839 ਈਸਵੀ ਨੂੰ ਹੋਈ ਸੀ। ਉਸ ਸਮੇਂ ਉਹਨਾਂ ਦੀ ਉਮਰ ਜੋ ਸੀ 58 ਸਾਲ ਸੀ। ਕਿੱਥੇ ਹੋਈ ਸੀ? ਤਾਂ ਲਾਹੌਰ ਪੰਜਾਬ ਦੇ ਵਿੱਚ ਹੋਈ ਸੀ। ਅੱਜ ਉਹ ਪਾਕਿਸਤਾਨ ਦੇ ਵਿੱਚ ਜੋ ਹੈ ਸਥਾਨ ਹੈ। ਸਮਾਧੀ ਦੀ ਗੱਲ ਕਰੀਏ ਲਾਹੌਰ ਦੇ ਵਿੱਚ ਹੀ ਸੁਰੱਖਿਅਤ ਹੈ ਉਹਨਾਂ ਦੀ ਜੋ ਸਮਾਧੀ ਹੈ, ਠੀਕ ਹੈ। ਸੰਤਾਨ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਜੋ ਸੰਤਾਨ ਦੇ ਵਿੱਚ ਉਹਨਾਂ ਨੇ ਜਿਵੇਂ ਅਸੀਂ ਇੰਪੋਰਟੈਂਟ ਫੈਕਟ ਜੋ ਹੈ ਯਾਦ ਰੱਖਣਾ ਹੈ, ਖੜਕ ਸਿੰਘ ਨੂੰ ਉੱਤਰਾਧਿਕਾਰੀ ਚੁਣਿਆ ਸੀ। ਇਸ ਦੇ ਨਾਲ ਹੀ ਜੋ ਉਹਨਾਂ ਦੀ ਸੰਤਾਨ ਜੇਕਰ ਹੋਰ ਨਾਮ ਦੇਖੇ ਜਾਣ ਤਾਂ ਈਸ਼ਰ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪੇਸ਼ੌਰਾ ਸਿੰਘ, ਮੁਲਤਾਨਾ ਸਿੰਘ, ਦਲੀਪ ਸਿੰਘ, ਇਹ ਸਾਰੇ ਹੀ ਉਹਨਾਂ ਦੇ ਜੋ ਸਨ ਪੁੱਤਰ ਸਨ। ਜਿਸ ਦੇ ਵਿੱਚ ਉਹਨਾਂ ਨੇ ਇੰਪੋਰਟੈਂਟ ਜੋ ਰਾਜ ਕੌਰ ਦਾ ਪੁੱਤਰ ਸੀ ਖੜਕ ਸਿੰਘ, ਉਸ ਨੂੰ ਆਪਣਾ ਜੋ ਹੈ ਉੱਤਰਾਧਿਕਾਰੀ ਚੁਣਿਆ ਸੀ। ਸੋ ਇਹ ਅੱਜ ਦੇ ਇੰਪੋਰਟੈਂਟ ਫੈਕਟ ਸਨ, ਬਹੁਤ ਹੀ ਇੰਪੋਰਟੈਂਟ, ਜਿਸ ਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਸਾਰੇ ਇੰਪੋਰਟੈਂਟ ਫੈਕਟ ਕਵਰ ਕੀਤੇ ਹਨ। ਸੋ ਇੱਕ ਇੰਪੋਰਟੈਂਟ ਫੈਕਟ ਹੋਰ ਵੀ ਹੈ, ਜੋ ਉੱਤਰਾਧਿਕਾਰੀ ਜੋ ਹੈ ਖੜਕ ਸਿੰਘ, ਇਸ ਦਾ ਜੋ ਹੈ ਵਿਆਹ ਜੇਕਰ ਸਮਾਂ ਪੁੱਛ ਲਿਆ ਜਾਵੇ, ਇਹਨਾਂ ਦਾ ਵਿਆਹ ਕਦੋਂ ਹੋਇਆ ਸੀ, ਇੱਕ ਇਹ ਵੀ ਇੰਪੋਰਟੈਂਟ ਫੈਕਟ ਹੈ। ਤਾਂ 1812 ਈਸਵੀ ਦਾ ਸਮਾਂ ਸੀ ਜਦੋਂ ਜੋ ਹੈ ਉੱਤਰਾਧਿਕਾਰੀ ਜੋ ਹੈ ਖੜਕ ਸਿੰਘ ਦਾ ਵਿਆਹ ਹੋਇਆ ਸੀ, ਠੀਕ ਹੈ। ਸੋ ਇਹ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖ ਸਕਦੇ ਹੋ। ਸੋ ਇਹ ਸਾਰੇ ਹੀ ਇੰਪੋਰਟੈਂਟ ਫੈਕਟ ਜੋ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਦੇ ਨਾਲ ਸੰਬੰਧਾਂ ਦੇ ਨਾਲ ਰਿਲੇਟਡ ਸੀ, ਅਤੇ ਉਹਨਾਂ ਦਾ ਜੋ ਆਪਾਂ ਸ਼ਾਸਨ ਪ੍ਰਬੰਧ ਹੈ ਸਾਰਾ ਹੀ ਜੋ ਹੈ ਡੀਪਲੀ ਵੇ ਦੇ ਨਾਲ ਜਾਣਿਆ ਹੈ। ਸੋ ਫਰੈਂਡਸ, ਇਸ ਦੇ ਲਈ ਜੋ ਹੈ ਤੁਸੀਂ ਜੇਕਰ ਅਜੇ ਤੱਕ ਇਸ ਤਰ੍ਹਾਂ ਦੀਆਂ ਨੌਲੇਜਬਲ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਟੌਪਿਕ ਸਾਰਾ ਹੀ ਕਵਰ ਹੋ ਚੁੱਕਾ ਹੈ। ਇਸ ਦੇ ਨਾਲ ਰਿਲੇਟਡ ਤੁਸੀਂ ਹੋਰ ਵੀ ਵਿਊਜ਼ ਜੋ ਹਨ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ, ਠੀਕ ਹੈ। ਕਿਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਲੱਗੀ ਇਸ ਦੇ ਲਈ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ, ਲਾਈਕ ਸ਼ੇਅਰ ਜ਼ਰੂਰ ਕਰਨਾ ਹੈ, ਹੋਰ ਵੀ ਫਰੈਂਡਸ ਤੱਕ ਨੌਲੇਜੇਬਲ ਵੀਡੀਓਜ਼ ਇਸ ਤਰ੍ਹਾਂ ਦੀ ਪਹੁੰਚ ਸਕੇ। ਸੋ ਆਈ ਹੋਪ you gain many knowledge from my video. So thank you for watching my video, friends. Thank you.